ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦੇ ਸ਼ਖਸੀਅਤ ਉਸਾਰੀ ਕੈਂਪ ਦੇ 107ਵੇਂ ਦਿਨ ਸਭ ਦਾ ਸਵਾਗਤ ਹੈ ਜੀ। ਸੋ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿੰਨੇ ਵੀ ਵਿਦਿਆਰਥੀ ਹਰ ਰੋਜ਼ ਕੈਂਪ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਰਹੇ ਨੇ, ਜਿੱਥੇ ਗਿਆਨ ਦੇ ਵਿੱਚ ਆਪਣੇ ਦੇ ਵਾਧਾ ਕਰ ਰਹੇ ਨੇ, ਉੱਥੇ ਇਹ ਕੈਂਪ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਾਂ ਆਪ ਜੀਆਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਆਪ ਗਿਆਨ ਲੈ ਕੇ ਤੇ ਇੱਕ ਸੂਝਵਾਨ ਇਨਸਾਨ ਜਿੱਥੇ ਆਪ ਬਣ ਰਹੇ ਹਾਂ ਉੱਥੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਹਾਂ। ਸੋ ਇਹ ਸਤਿਗੁਰਾਂ ਦੀ ਸਭ ਤੋਂ ਵੱਡੀ ਬਖਸ਼ਿਸ਼ ਆ ਕਿ ਇਹ ਕੈਂਪ ਦਾ ਜੋ ਸਭ ਤੋਂ ਵੱਡਾ ਲਾਭ ਆ ਉਹ ਅਸੀਂ ਪ੍ਰਾਪਤ ਕਰ ਰਹੇ ਹਾਂ ਸਾਰੇ ਰਲ ਮਿਲ ਕੇ। ਇਹ ਸਤਿਗੁਰ ਦੀ ਕਿਰਪਾ ਹੈ ਜੋ ਸਾਰਿਆਂ ਤੇ ਵਰਤ ਰਹੀ ਹੈ। ਜੋ ਭਾਈ ਜਸਵਿੰਦਰ ਸਿੰਘ ਜੀ ਤੇ ਭੈਣ ਜੀ ਹੁਣੀ ਉਪਰਾਲਾ ਕੀਤਾ, ਜਿਨ੍ਹਾਂ ਦੇ ਸਦਕਾ ਸਾਰੇ ਜਾਣੇ ਅਸੀਂ ਘਰ ਬਹਿ ਕੇ ਤੇ ਇਸ ਮਾਧਿਅਮ ਰਾਹੀਂ ਜਿਹੜਾ ਹੈ ਉਹ ਗਿਆਨ ਆਪਾਂ ਹਾਸਲ ਕਰ ਰਹੇ ਹਾਂ ਜੀ। ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ ਕਿ ਇਸੇ ਤਰ੍ਹਾਂ ਅਸੀਂ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਚੰਗਾ ਗਿਆਨ ਪ੍ਰਾਪਤ ਕਰਕੇ ਤੇ ਸਮਾਜ ਦੇ ਵਿੱਚ ਚੰਗੀ ਸੇਧ ਲੈ ਕੇ ਜਿਹੜਾ ਇਹ ਆਪਾਂ ਵਿਚਰਨਾ ਜੀ। ਉਹ ਸਾਨੂੰ ਚੰਗੀ ਸੇਧ, ਉਹ ਚੰਗਾ ਜਿਹੜਾ ਗਿਆਨ ਹੈ ਉਹ ਕਿੱਥੋਂ ਮਿਲ ਸਕਦਾ ਹੈ? ਉਹ ਗੁਰੂ ਦੀ ਕਿਰਪਾ ਤੋਂ ਮਿਲ ਸਕਦਾ ਹੈ, ਇਹ ਗੁਰੂ ਤੋਂ ਮਿਲ ਸਕਦਾ ਹੈ। ਜਿਸ ਤਰ੍ਹਾਂ ਅਸੀਂ ਰੋਜ਼ ਇਕੱਤਰ ਹੁੰਦੇ ਹਾਂ ਤੇ ਅਲੱਗ-ਅਲੱਗ ਬੁਲਾਰੇ, ਸੂਝਵਾਨ ਬੁਲਾਰੇ ਬੁਲਾਏ ਜਾਂਦੇ ਆ, ਜਿਨ੍ਹਾਂ ਦੇ ਰਾਹੀਂ ਅਸੀਂ ਵਾਚਦੇ ਹਾਂ ਕਿ ਗੁਰਬਾਣੀ ਕੀ ਕਹਿ ਰਹੀ ਹੈ ਜਾਂ ਗੁਰੂ ਮਹਾਰਾਜ ਦੀ ਸੋਚ ਕੀ ਸੀ ਔਰ ਸਮਾਜ ਦੇ ਲੋਕਾਂ ਦੀ ਸੋਚ ਕੀ ਹੈ ਤੇ ਸਾਡੀ ਸੋਚ ਕਿਵੇਂ ਦੀ ਹੋਣੀ ਚਾਹੀਦੀ ਹੈ। ਇਹ ਸਾਰਾ ਸਾਨੂੰ ਜਿਹੜਾ ਹੈ ਉਹ ਇਸ ਮਾਧਿਅਮ ਰਾਹੀਂ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ। ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਇਸੇ ਤਰ੍ਹਾਂ ਅਸੀਂ ਖੁਸ਼ੀਆਂ ਜਿਹੜੀਆਂ ਨੇ ਉਹ ਲੈਂਦੇ ਰਹਿਣੇ ਜੀ। ਤੇ ਸੋ ਸਭ ਦਾ ਸਵਾਗਤ ਹੈ ਜੀ। ਇੱਕ ਵਾਰੀ ਫਿਰ ਤੋਂ ਫਤਿਹ ਬੁਲਾਉਂਦੇ ਆ ਤੇ ਆਪਾਂ ਕੈਂਪ ਦੀ ਜਿਹੜੀ ਆ ਉਹ ਆਰੰਭਤਾ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਾਪ ਦੀ ਸੇਵਾ ਜਿਹੜੀ ਹੈ ਜੀ ਉਹ ਸਿਮਰਨ ਕੌਰ ਜੀ ਲੱਖਾ ਮਹਿਲ ਕਲਾਂ ਤੋਂ ਉਹ ਜਾਪ ਦੀ ਸੇਵਾ ਕਰਨਗੇ ਜੀ। ਸਿਮਰਨ ਕੌਰ ਜੀ ਲੱਖਾ ਮਹਿਲ ਕਲਾਂ ਤੋਂ ਜੀ। ਜੇ ਇਹ ਜੁੜ ਚੁੱਕੇ ਨੇ ਤਾਂ ਵੀਰ ਜੀ ਇਹਨਾਂ ਨੂੰ ਲੈ ਲਿਆ ਜਾਵੇ ਜੀ। ਸਿਮਰਨ ਕੌਰ ਜੀ ਲੱਖਾ ਮਹਿਲ ਕਲਾਂ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਬੇਟਾ ਜੀ, ਆ ਰਹੀ ਜੀ ਆਵਾਜ਼। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहेगुरु जी की फतेह। हर वार ਇਹ ਜਿਹੜਾ ਇਹ ਦੱਸਿਆ ਜਾਂਦਾ ਹੈ ਕਿ ਮੂਲ ਮੰਤਰ ਦਾ ਜਿਹੜਾ ਉਚਾਰਨ ਆ ਉਹ ਕਿਸ ਤਰੀਕੇ ਨਾਲ ਕਰਨਾ ਹੈ ਜੀ। ਸੋ ਬੱਚੀ ਬੋਲ ਰਹੀ ਸੀ ਕਿ ਜਿੱਦਾਂ ਗੁਰ ਪ੍ਰਸਾਦ, ਗੁਰ ਨਹੀਂ ਬੇਟਾ ਜੀ, ਉਹ ਗੁਰਿਆ ਗੁਰ ਪ੍ਰਸਾਦ। ਤੇ ਅਕਾਲ ਵੱਖਰਾ ਏ, ਮੂਰਤ ਜਿਹੜਾ ਉਹ ਵੱਖਰਾ, ਅਕਾਲ ਮੂਰਤ। ਫਿਰ ਇੱਕ ਓੰਕਾਰ, ਇੱਕ ਓੰਕਾਰ। ਤੇ ਇਸ ਦਾ ਅੱਗੇ ਤੋਂ ਜਿਹੜਾ ਇਹ ਖਿਆਲ ਰੱਖਣਾ ਜੀ। ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹ ਵੀ ਜਦੋਂ ਦੱਸਿਆ ਜਾਂਦਾ ਹੈ ਉਹ ਧਿਆਨ ਦੇ ਨਾਲ ਇਸ ਚੀਜ਼ ਨੂੰ ਵਾਚਣ ਜੀ। ਕਿਸ ਸ਼ਬਦ ਦਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ, ਕਿਸ ਲਹਿਜੇ ਨਾਲ ਜਿਹੜਾ ਹੈ ਉਹ ਉਚਾਰਨ ਜਿਹੜਾ ਹੈ ਉਹ ਕਰਨਾ ਹੈ ਜੀ। ਸੋ ਕੀਰਤਨ ਦੀ ਸੇਵਾ ਜਿਹੜੀ ਹੈ ਜੀ ਉਹ ਨਵਜੀਤ ਕੌਰ ਜੀ 14/4/84 ਪੱਟੀ ਤੋਂ ਜੀ ਬੱਚੀ ਹੈ ਜੀ। ਨਵਜੀਤ ਕੌਰ ਜੀ 14/4/84 ਪੱਟੀ ਤੋਂ ਜੀ। ਇਹਨਾਂ ਨੂੰ ਵੀ ਜੀ ਲੈ ਲਿਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਨਾਮ ਨਵਜੀਤ ਕੌਰ ਹੈ। ਮੇਰਾ EPP ਨੰਬਰ ਵੀਡੀਓ ਨਹੀਂ ਦਿਸ ਰਹੀ। ਹਾਂਜੀ ਹੁਣ ਠੀਕ ਹੈ ਜੀ। ਵਾਹਿਗੁਰੂ ਜੀ EPP ਨੰਬਰ 84 ਹੈ। ਮੇਰਾ ਜੋਨ ਪੱਟੀ ਹੈ। ਮੇਰੇ ਆਈ ਦਾ ਨਾਮ ਗੁਰਸਾਹਿਬ ਹੈ। ਉਹ ਸ਼ਬਦ ਸਰਵ ਕਰੀਏ ਜੀ। ਮਹੱਲਾ ਪੰਜਵਾਂ। जो मांगे ठाकुर अपने ते सोई सोई देवै। नानक दास मुख ते जो बोले इहाँ उहाँ सच होवे। जो मांगे ठाकुर अपने ते सोई सोई देवै। चतुर दिशा कीनो बलि अपना सिर ऊपर कर तारियो। कृपा कठा के अवलोकन कीनो दास का दुख बिदारियो। जो मांगे ठाकुर अपने ते सोई सोई देवै। नानक दास मुख ते जो बोले इहाँ उहाँ सच होवे। हर जन राखे गुर गोविंद राखे गुर गोविंद। कंठ लाए अवगुण सब मेट दयाल पुरख बख्शंद। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। सोई सोई देवै सोई देवै।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਬਹੁਤ ਧੰਨਵਾਦ ਬੱਚੀ ਦਾ, ਜਿਨ੍ਹਾਂ ਨੇ ਤਨਾਸਰੀ ਮਹਿਲਾ ਪੰਜਵਾਂ ਪੰਚਮ ਪਾਤਸ਼ਾਹ ਦਾ ਜੋ ਸ਼ਬਦ ਹੈ ਉਹ ਗਾਇਨ ਕੀਤਾ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਇਸ ਤਰ੍ਹਾਂ ਆਪ ਜੀ ਨੂੰ ਹੋਰ ਗੁਰਬਾਣੀ ਪੜ੍ਹਨ ਦਾ ਉਦਮ ਬਲ ਬਖਸ਼ਿਸ਼ ਕਰਨ ਜੀ। ਸੋ ਜੋ ਅੱਜ ਦਾ ਵਿਸ਼ਾ ਹੈ, ਜੋ ਅੱਜ ਦੇ ਮੇਨ ਬੁਲਾਰੇ ਹਨ, ਉਹ ਹਨ ਵੀਰ ਜੀ ਪਰਮਜੀਤ ਸਿੰਘ ਵੈਸੀ, ਪਰਮਜੀਤ ਸਿੰਘ ਫਰੀਦਕੋਟ ਜੀ, ਜਿਨ੍ਹਾਂ ਦਾ ਵਿਸ਼ਾ ਹੈ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ। ਸੋ ਵੀਰ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਇਸ ਕੈਂਪ ਦੇ ਵਿੱਚ ਜਿਤਨੇ ਵੀ ਵਿਦਿਆਰਥੀ, ਟੀਚਰ ਸਾਹਿਬਾਨ ਔਰ ਵੱਖ-ਵੱਖ ਸੰਗਤ ਜੋ ਜੁੜੀ ਹੈ, ਸਾਰਿਆਂ ਨੂੰ ਦੁਬਾਰਾ ਫਿਰ ਫਤਿਹ ਦੀ ਸਾਂਝ ਦਾਸ ਦੇ ਵੱਲੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਿਛਲੇ ਸਾਲ ਤੋਂ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਾਡੇ ਸਿੱਖ ਪੰਥ ਦੀ ਮਹਾਨ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸੰਸਥਾਵਾਂ ਦੇ ਨਾਲ ਸਮੁੱਚੇ ਪੰਥ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਗੁਰੂ ਨਾਨਕ ਯੂਨੀਵਰਸਿਟੀ ਐਜੂਕੇਟ ਵੱਲੋਂ ਪਿਛਲੇ ਸਾਲ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤ ਮੁਕਾਬਲੇ ਵੀ ਕਰਵਾਏ ਗਏ। ਔਰ ਇਸ ਸਾਲ ਵੀ ਜੋ ਇਹ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ, ਗੁਰੂ ਸਾਹਿਬ ਜੀ ਦਾ ਜੀਵਨ ਹੈ, ਇਸ ਨੂੰ ਹਰ ਇੱਕ ਵਿਦਿਆਰਥੀ ਤੱਕ, ਹਰ ਇੱਕ ਪਰਿਵਾਰ ਦੇ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਜੋ ਹੈ, ਉਹ ਚਾਹੇ ਕੈਂਪ ਦੇ ਰਾਹੀਂ, ਗੁਰਮਤ ਮੁਕਾਬਲੇ ਦੇ ਰਾਹੀਂ ਜਾਂ ਹੋਰ ਮਾਧਿਅਮ ਦੇ ਰਾਹੀਂ ਇਸ ਨੂੰ ਪਹੁੰਚਾਇਆ ਜਾ ਰਿਹਾ ਹੈ। ਸੋ ਅੱਜ ਦਾ ਜੋ ਵਿਸ਼ਾ ਆਪਣਾ ਸੀ, ਉਹਦੇ ਵਿੱਚ ਆਪਾਂ ਗੱਲ ਕਰਾਂਗੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਉਹਨਾਂ ਜੋ ਪ੍ਰਕਰਨ ਚੱਲ ਰਿਹਾ ਹੈ, ਸਾਖੀ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਾਲ ਸਾਂਝ ਪਾਉਣੇ ਹਾਂ। ਵੀਰ ਜੀ, ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜੇਕਰ ਆਵਾਜ਼ ਦੀ ਕਿਤੇ ਪ੍ਰੋਬਲਮ ਆਈ ਤਾਂ ਮੈਨੂੰ ਜ਼ਰੂਰ ਦੱਸ ਦੇਣਾ ਜੀ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ। ਸੋ ਸ਼ੁਰੂਆਤ ਕਰਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਜੋ ਕਿ ਕਈ ਵਾਰ ਹੁਕਮਨਾਮੇ ਦੇ ਰੂਪ ਦੇ ਵਿੱਚ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਔਰ ਸੂਹੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 749 ਅਤੇ 50 ਤੇ ਸੁਭਾਇਮਾਨ ਹੈ। ਇਸ ਸ਼ਬਦ ਦੀ ਜੋ ਸ਼ੁਰੂਆਤ ਹੈ, ਜੋ ਆਰੰਭਤਾ ਹੈ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਦੇ ਹਨ। ਸੂਹੀ ਮਹਿਲਾ ਪੰਜਵਾਂ। ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਉੱਚਾ ਸ਼ਬਦ ਹੈ, ਸ੍ਰੀ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਵਾਹਿਗੁਰੂ ਜੋ ਵੀਰ ਜੀ, ਆਵਾਜ਼ ਨਾ ਕੱਟ ਰਹੀ ਹੈ ਜੀ। ਓਕੇ ਵੀਰ ਜੀ, ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਕਿ ਨੈਟਵਰਕ ਦੇ ਵਿੱਚ ਹੀ ਬੈਠਾ। ਵੀਰ ਜੀ ਵੀਡੀਓ ਬੰਦ ਕਰ ਦਿਓ। ਹਾਂਜੀ, ਮੈਂ ਵੀਡੀਓ ਬੰਦ ਕਰ ਲੈਣੀ। ਇਸ ਸ਼ਬਦ ਦੀਆਂ ਸਮਾਪਤੀ ਵਾਲੀਆਂ ਦੋ ਪੰਕਤੀਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ, ਵੀਰ ਜੀ ਹੁਣ ਠੀਕ ਹੈ ਆਵਾਜ਼ ਜੀ? ਹਾਂਜੀ ਵੀਰ ਜੀ, ਠੀਕ ਹੈ ਜੀ। ਓਕੇ। ਗੁਰੂ ਅਰਜਨ ਸਾਹਿਬ ਜੀ ਫਰਮਾਨ ਕਰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਇਸ ਸ਼ਬਦ ਦੀ ਸਮਾਪਤੀ ਦੇ ਵਿੱਚ ਇਹ ਲਫ਼ਜ਼ ਵਰਤ ਰਹੇ ਨੇ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ,
ਇਸ ਦਾ ਭਾਵ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਸ ਸੰਸਾਰ ਦੇ ਅੰਦਰ ਸਭ ਤੋਂ ਮਹਾਨ, ਸਭ ਤੋਂ ਗਿਆਨ ਦਾ ਸਿਰਮੌਰ ਜੋ ਸੋਮਾ ਹੈ ਉਹ ਸਤਿਗੁਰੂ ਹੈ। ਭਾਵ ਕਿ ਇੱਥੇ ਗੁਰੂ ਸਾਹਿਬ ਜੀ ਨੇ ਜਿਹੜੀਆਂ ਪੰਕਤੀਆਂ ਦਿੱਤੀਆਂ, ਇਸ ਨੂੰ ਥੋੜਾ ਜਿਹਾ ਬੱਚਿਓ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਸਿੱਖ ਦੇ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਭ ਤੋਂ ਮਹਾਨ ਨੇ। ਔਰ ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਵਰਤੇ ਨੇ, ਉਦੋਂ ਸਾਨੂੰ ਇਹ ਗੱਲ ਜ਼ਰੂਰ ਸਮਝਣੀ ਪਵੇਗੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਦਰ ਕਿਹੜੀਆਂ, ਭਾਵੇਂ ਕਿ ਗੁਰੂ ਸਾਹਿਬ ਤੇ ਗੁਣਾਂ ਦੇ ਨਾਲ ਸੋ ਜਦ ਤੱਕ ਵੀਰ ਜੀ ਆਪਣੇ ਨਾਲ ਨਹੀਂ ਜੋੜਦੇ ਤਦ ਤੱਕ ਆਪਾਂ ਜਿਹੜਾ ਜੀ ਵਿਸ਼ੇ ਨੂੰ ਅੱਗੇ ਜਾਰੀ ਰੱਖਦੇ ਹਾਂ ਜੀ। ਸੋ ਗੱਲ ਚੱਲ ਰਹੀ ਸੀਗੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਤੇ ਵਿਚਾਰ ਚੱਲ ਰਹੀ ਸੀ ਤਾਂ ਭੈਣ ਜੀ ਹੁਣ ਦੱਸ ਕੇ ਗਏ ਨੇ ਕਿ ਇਹਦੇ ਵਿੱਚ ਸਾਖੀਆਂ ਸਨ ਜੋ ਭੂਮੀਆਂ ਚੋਰ ਦੀ। ਆਪਾਂ ਪਹਿਲਾਂ ਵੀ ਇਸ ਤੇ ਜ਼ਿਕਰ ਕਰ ਚੁੱਕੇ ਹਾਂ ਜਾਂ ਆਪਦੀਆਂ ਨੇ ਕੈਂਪ ਦੇ ਵਿੱਚ ਇਹ ਸਾਖੀ ਜਿਹੜੀ ਆ ਉਹ ਸਰਵਣ ਕੀਤੀ ਆ ਜੀ। ਤੇ ਵੀਰ ਜੀ ਦੱਸ ਰਹੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇਸ ਵਾਰ ਆਪਾਂ ਪ੍ਰਕਾਸ਼ ਹਾਂਜੀ ਵੀਰ ਜੀ, ਮਨਾਉਣਾ ਹੈ। ਮੈਂ ਵੀਰ ਜੀ ਫਿਰ ਜੁੜ ਗਿਆ ਵਾਂ ਥੋੜਾ। ਵੈਸੇ ਤਾਂ ਮੈਂ ਆਪਣੇ ਪਿੰਡ ਤੋਂ ਬਾਹਰ ਆ ਕੇ ਕਰ ਰਿਹਾ ਸੀਗਾ ਵੀ ਨੈਟਵਰਕ ਦੀ ਪ੍ਰੋਬਲਮ ਨਾ ਆਵੇ, ਫਿਰ ਵੀ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਹੈ। ਮੇਰੀ ਆਵਾਜ਼ ਆ ਰਹੀ ਹੈ ਜੀ ਹੁਣ? ਜੀ ਵੀਰ ਜੀ। ਓਕੇ ਜੀ, ਚਲੋ ਜੀ ਮੈਂ ਆਪਣੀ ਬੇਨਤੀ ਨੂੰ ਜਾਰੀ ਰੱਖਦਾ ਵਾਂ। ਜੀ ਵੀਰ ਜੀ। ਗੁਰੂ ਨਾਨਕ ਸਾਹਿਬ ਜੀ ਦੇ ਭਾਵੇਂ ਗੁਣਾਂ ਦੇ ਨਾਲ ਭਰਪੂਰ ਨੇ, ਪਰ ਫਿਰ ਵੀ ਆਪਾਂ ਨੂੰ ਦੇਖਣਾ ਪਵੇਗਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਸਾਰਿਆਂ ਤੋਂ ਵੱਡੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਸ ਤਰ੍ਹਾਂ ਮਹਾਨ ਨੇ, ਕਿਉਂ ਉਹਨਾਂ ਨੂੰ ਮਹਾਨ ਆਖਿਆ ਗਿਆ, ਇਹ ਵਿਚਾਰਨ ਵਾਲੀ ਗੱਲ ਹੈ। ਜਦੋਂ ਅਸੀਂ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ, ਉਹਨਾਂ ਦਾ ਅਧਿਐਨ ਕਰਦੇ ਹਾਂ, ਤਾਂ ਉਹਨਾਂ ਧਰਮ ਗ੍ਰੰਥਾਂ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਐਸੀਆਂ ਸਾਖੀਆਂ ਉਹਨਾਂ ਦੀਆਂ ਧਾਰਮਿਕ ਗੁਰੂਆਂ ਦੀਆਂ ਔਰ ਪੀਰਾਂ ਪੈਗੰਬਰਾਂ ਦੀਆਂ ਸਾਖੀਆਂ ਮਿਲਦੀਆਂ ਨੇ, ਜਿਨ੍ਹਾਂ ਦੇ ਵਿੱਚ ਉਸ ਸਮੇਂ ਦੇ, ਚਾਹੇ ਉਹ ਸਨਾਤਨ ਧਰਮ ਦੀ ਗੱਲ ਕਰ ਲਈਏ, ਚਾਹੇ ਕ੍ਰਿਸਚਨ। ਹਾਂਜੀ, ਤੇ ਵੀਰ ਜੀ ਦੱਸ ਰਹੇ ਸਨ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਹੜਾ ਸਿੱਖੀ ਦਾ ਫਲਸਫਾ ਹੈ, ਇਹ ਬਾਕੀ ਧਰਮਾਂ ਨਾਲੋਂ ਇੱਕ ਅਲੱਗ ਹੈ ਜੀ। ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਜੀ, ਨਾਲ ਨਾਲ ਗੁਰਬਾਣੀ ਨੂੰ ਵਾਚਦੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 10 ਪਾਤਸ਼ਾਹੀਆਂ ਨੇ ਇਸ ਸੰਸਾਰ ਤੇ ਆ ਕੇ ਤੇ ਮਨੁੱਖ ਨੂੰ ਕੀ ਸਮਝਾਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਿੰਨਾ ਕੋਲੋਂ ਗਏ ਤੇ ਕੀ ਸਮਝਾਇਆ ਮਨੁੱਖ ਨੂੰ ਕਿ ਆਪਣਾ ਸਮਾਜ ਦੇ ਵਿੱਚ ਜਿਹੜਾ ਹੈ ਉਹ ਜੀਵਨ ਜਿਹੜਾ ਹੈ ਕਿਵੇਂ ਬਤੀਤ ਕਰਨਾ ਹੈ। ਜਿਸ ਤਰ੍ਹਾਂ ਕੱਲ ਦੀ ਕਲਾਸ ਦੇ ਵਿੱਚ ਵੀ ਜ਼ਿਕਰ ਹੋਇਆ ਸੀਗਾ, ਤੇ ਉਸੇ ਵਿਸ਼ੇ ਨੂੰ ਲੜੀ ਤਹਿਤ ਜੋੜਦੇ ਅੱਗੇ ਚੱਲਦੇ ਹਾਂ ਆਪਾਂ ਕਿ ਸੱਜਣ ਠੱਗ ਤੋਂ ਮਲਕ ਭਾਗੋ, ਭਾਈ ਲਾਲੋ, ਭੂਮੀਆਂ ਚੋਰ। ਤੇ ਭੂਮੀਆਂ ਚੋਰ ਜਿਹੜਾ ਸੀਗਾ ਉਹ ਕਿਵੇਂ ਸੀ, ਭੂਮੀਆਂ ਚੋਰ ਤਾਂ ਸਮਾਜ ਦੇ ਵਿੱਚ ਉਹਦੇ ਕਾਰ ਵਿਹਾਰ ਕਿਵੇਂ ਦੇ ਸੀਗੇ। ਸਾਡਾ ਸਮਾਜ ਦੇ ਉੱਤੇ ਜਿਹੜਾ ਇਹ ਰਹਿਣਾ ਹੈ ਉਹ ਕਿਵੇਂ ਦਾ ਹੈ, ਜਾਂ ਮਨੁੱਖ ਦਾ ਸਮਾਜ ਦੇ ਉੱਤੇ ਰਹਿਣਾ ਤੇ ਸਮਾਜ ਦੇ ਵਿੱਚ ਵਿਚਰਨਾ ਜਿਹੜਾ ਹੈ ਉਹ ਕਿਵੇਂ ਦਾ ਹੈ। ਸੁਭਾਵਿਕ ਆ ਕਿ ਜੋ ਸਾਡੇ ਆਲੇ ਦੁਆਲੇ ਦਾ ਸਾਡੇ ਉੱਤੇ ਪ੍ਰਭਾਵ ਹੁੰਦਾ ਹੈ, ਅਸੀਂ ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਂਦੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਤੇ ਆ ਕੇ ਇੱਕ ਵੱਖਰਾ ਨਿਆਰਾਪਣ ਜਿਹੜਾ ਸੀਗਾ ਉਹ ਇਨਸਾਨ ਨੂੰ ਦਿੱਤਾ ਸੀ, ਮਨੁੱਖ ਨੂੰ ਦਿੱਤਾ ਸੀਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਮਨੁੱਖ ਨੂੰ ਸਮਝਾਉਣ ਵਾਸਤੇ ਉਸ ਇਨਸਾਨ ਦੇ ਕੋਲ, ਉਸ ਪ੍ਰਾਣੀ ਦੇ ਕੋਲ ਗਏ ਜਿਹੜਾ ਸਮਾਜ ਦੇ ਵਿੱਚ
ਧਾਰਮਿਕ ਤੌਰ ਤੇ ਤਾਂ ਬਹੁਤ ਮਹਾਨ ਸੀਗਾ, ਪਰ ਉਹਦੇ ਕੰਮਾਂ ਤੋਂ, ਉਹਦੇ ਕਾਰਜਾਂ ਤੋਂ ਦੇਖਿਆ ਜਾਵੇ ਤਾਂ ਉਹ ਬਹੁਤ ਨੀਚ ਸੀਗਾ। ਕੱਲ ਉਜਲ ਕਿਹਾ ਚਿਰਕਣਾ ਇਸ ਸ਼ਬਦ ਤੇ ਵਿਚਾਰ ਹੋਈ ਸੀ ਨਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੀ ਯਾਤਰਾ ਕਰਦੇ ਕਰਦੇ ਜਿਸ ਵੇਲੇ ਭੂਮੀਆਂ ਚੋਰ ਦੇ ਇਲਾਕੇ 'ਚ ਪਹੁੰਚੇ ਤੇ ਭੂਮੀਆਂ ਚੋਰ ਨੂੰ ਮਿਲੇ ਸਨ। ਜਦੋਂ ਪਤਾ ਲੱਗਾ ਕਿ ਇਹ ਇਨਸਾਨ ਜਿਹੜਾ ਏ ਇਹ ਕਿਵੇਂ ਦਾ ਕਾਰਜ ਕਰ ਰਿਹਾ ਏ, ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ, ਮੈਂ ਇੱਥੇ ਰੁਕ ਕੇ ਨਾ ਥੋੜੀ ਜਿਹੀ ਪਿੱਛੇ ਚੱਲਦਾ ਹਾਂ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਪਾਤਸ਼ਾਹ ਮਹਾਰਾਜ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਾਥੀ ਕਿਹਨੂੰ ਚੁਣਿਆ ਪ੍ਰਚਾਰ ਵਾਸਤੇ? ਭਾਈ ਮਰਦਾਨਾ ਜੀ ਨੂੰ। ਹਾਲਾਂਕਿ ਇੱਥੋਂ ਤੱਕ ਮੈਂ ਪੜ੍ਹਿਆ ਹੈ ਕਿ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਆਪ ਇਕੱਲੇ ਵੀ ਪ੍ਰਚਾਰ ਕਰ ਸਕਦੇ ਸਨ, ਪਰ ਨਹੀਂ, ਉਹਨਾਂ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਚੁਣਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕੀਤਾ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ ਤੇ ਜਦੋਂ ਪ੍ਰਚਾਰਕ ਫੇਰੀਆਂ ਨੂੰ ਚੱਲੇ ਤੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਫਿਰ ਉਹਨਾਂ ਨੇ ਪ੍ਰਚਾਰ ਕਿੱਥੇ ਕੀਤਾ ਜੀ? ਪ੍ਰਚਾਰ ਆਪਣਾ ਜਿਹੜਾ ਸੀਗਾ ਵਿਚਾਰ ਸੀਗਾ ਕਿਹਨੂੰ ਸਮਝਾਇਆ ਜਾਗੇ। ਮੈਂ ਉੱਥੇ ਰੁਕ ਗਿਆ ਤਾਂ ਕਿ ਪਿੱਛੋਂ ਆਪਾਂ ਪਕੜ ਕਰੀਏ ਕਿ ਗੁਰੂ ਮਹਾਰਾਜ ਜੀ ਦਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿਧਾਂਤ ਕੀ ਸੀਗਾ, ਗੁਰੂ ਮਹਾਰਾਜ ਕਹਿਣਾ ਕੀ ਚਾਹੁੰਦੇ ਸੀਗੇ, ਤਾਂ ਬਾਣੀ ਕੀ ਕਹਿ ਰਹੀ ਹੈ ਤਾਂ ਅਸੀਂ ਕੀ ਕਰ ਰਹੇ ਹਾਂ, ਇਹ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮਲਕ ਭਾਗੋ ਕੋ ਗਏ ਤਾਂ ਮਲਕ ਭਾਗੋ ਦੇ ਨਾਲ ਨਾਲ ਭਾਈ ਮਰਦਾਨਾ, ਮਾਫ ਕਰਨਾ ਜੀ, ਭਾਈ ਲਾਲੋ ਜੀ ਕੋਲ ਗਏ, ਸੱਜਣ ਠੱਗ ਕੋਲ ਗਏ, ਕੌਡੇ ਰਾਸਕੂ ਗਏ, ਜਿਹਨੂੰ ਸਾਰੇ ਜਾਣੇ ਇਹ ਕਹਿੰਦੇ ਸੀਗੇ ਕੌਡਾ ਰਾਖਸ਼, ਕੌਡਾ ਰਾਖਸ਼, ਕੌਡਾ ਰਾਖਸ਼। ਹੈ ਤਾਂ ਇਨਸਾਨ ਸੀਗਾ, ਪਰ ਉਹਦੀ ਸੁਰਤ ਹੀ ਏਦਾਂ ਦੀ ਸੀਗੀ, ਬਦਸੂਰਤ ਸੀਗਾ ਉਹ। ਉਹਨੂੰ ਸਾਰੇ ਜਾਣੇ ਕਹਿਣ ਲੱਗੇ ਕੌਡਾ ਰਾਖਸ਼। ਜਿਹਦੀ ਅੱਜ ਵੀ ਤੁਸੀਂ ਦੇਖ ਲਓ, ਜੇ ਕਿਸੇ ਦੀ ਸੁਰਤ ਜਿਹੜੀ ਆ ਉਹ ਬਦਸੂਰਤ ਹੋਵੇ ਤਾਂ ਉਹਨੂੰ ਅਸੀਂ ਕੋਈ ਨਾ ਕੋਈ ਉਸ ਤਰ੍ਹਾਂ ਦਾ ਨਾਂ ਦੇ ਦਿੰਦੇ ਹਾਂ। ਸਮਾਜ ਦੇ ਲੋਕ ਜਿਹੜੇ ਨੇ ਉਹਨੂੰ ਉਸ ਤਰ੍ਹਾਂ ਕਹਿ ਕੇ ਬਣਾਉਣ ਲੱਗ ਪੈਂਦੇ ਨੇਗੇ। ਇਸੇ ਤਰ੍ਹਾਂ ਹੀ ਕੌਡਾ ਰਾਖਸ਼, ਜਿਹਨੂੰ ਸਾਰੇ ਜਾਣੇ ਜਿਹੜੇ ਸੀਗੇ, ਇੱਥੋਂ ਤੱਕ ਕਿ ਉਹਦੀ ਜਿਹੜੀ ਮਾਂ ਸੀਗੀ ਉਹ ਵੀ ਉਹਨੂੰ ਸਹੀ ਤਰੀਕੇ ਨਾਲ, ਸਹੀ ਲਹਿਜੇ ਦੇ ਵਿੱਚ ਨਹੀਂ ਸੀ ਬੁਲਾਉਂਦੀ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੌਡੇ ਰਾਖਸ਼ ਨੂੰ ਗਏ। ਕੌਡੇ ਰਾਖਸ਼ ਨੂੰ ਕੀ ਆਖਿਆ? ਪੁੱਤਰ ਜੀ, ਆਪਾਂ ਨੂੰ ਸਮਝਾਉਂਦੇ ਨਾ ਭਾਈ ਸਾਹਿਬ ਜੀ, ਭਾਈ ਜਸਵਿੰਦਰ ਸਿੰਘ ਜੀ ਹੁਣੀ, ਕਿਦਾਂ ਪਿਆਰ ਨਾਲ ਬੋਲਣਾ। ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਮਾਰੀ, ਪੁੱਤਰ ਜੀ ਗਏ। ਕੌਡੇ ਰਾਖਸ਼ ਨਾਲ ਹੀ ਹਿਰਦਾ ਜਿਹੜਾ ਠੰਡਾ ਹੋ ਗਿਆ। ਅੱਜ ਤੱਕ ਮੇਰੀ ਮਾਂ ਨੇ ਮੈਨੂੰ ਪੁੱਤਰ ਨੇ ਕਿਹਾ, ਇਹ ਕੌਣ ਹੈ ਜਿਹਨੇ ਮੈਨੂੰ ਪੁੱਤਰ ਕਹਿਤਾ? ਗੁਰੂ ਨਾਨਕ ਪਾਤਸ਼ਾਹ ਜੀ ਤੇ ਸਮਝਾਇਆ ਕੌਡੇ ਰਾਖਸ਼ ਨੂੰ। ਮੈਂ ਇੱਥੇ ਫਿਰ ਇਹ ਚੀਜ਼ ਨੂੰ ਰੋਕਦਾ ਹਾਂ, ਫਿਰ ਮੈਂ ਚੱਲਦਾ ਉੱਥੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੌਡੇ ਰਾਖਸ਼ ਨੂੰ ਗਏ, ਫਿਰ ਇਸੇ ਦਾ ਭੂਮੀਆਂ ਚੋਰ ਕੋ ਗਏ। ਜਾ ਕੇ ਜਿੱਥੇ ਪੰਡਤ ਚੜ੍ਹਦੇ ਨੂੰ ਪਾਣੀ ਸੁੱਟ ਰਹੇ ਸੀਗੇ, ਕਰਮ ਕਾਂਡਾਂ ਦੇ ਪਹਿਲੀ ਚੋਟ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਉੱਥੇ ਗਏ। ਕਿਸੇ ਨੂੰ ਜਾ ਕੇ ਦਾਬਾ ਨਹੀਂ ਮਾਰਿਆ, ਕਿਸੇ ਤੇ ਜਾ ਕੇ ਕੋਈ ਦਬਾਅ ਨਹੀਂ ਪਾਇਆ। ਫਿਰ ਉੱਥੇ ਕੀ ਕੀਤਾ? ਦੇਖਿਓ ਪਿਆਰ ਵਾਲੀਆਂ ਗੱਲਾਂ ਕੀ ਕੀਤਾ ਉੱਥੇ। ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਸਾਰੇ ਜਾਣੇ ਚੜ੍ਹਦੇ ਨੂੰ ਪਾਣੀ ਸੁੱਟਣ ਦੇ ਸੀਗੇ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਲਹਿੰਦੇ ਨੂੰ ਸੁੱਟਣ ਲੱਗ ਪਏ। ਜਦੋਂ ਇਕੱਠ ਹੋ ਗਿਆ, ਬਹੁਤਾਂ ਦੇ ਵਿੱਚ ਲੋਕ ਉੱਥੇ ਆ ਗਏ, ਸਵਾਲ ਜਵਾਬ ਹੋਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਨੇ ਸਮਝਾਤਾ, ਫਿਰ ਪਿਆਰ ਦੇ ਨਾਲ, ਫਿਰ ਪਿਆਰ ਦੀ ਮਾਰੀ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ। ਕਿਹੜੇ ਤੀਰ ਮਾਰੇ? ਪਿਆਰ ਦੇ, ਪ੍ਰੇਮ ਦੇ। ਹੁਣ ਇੱਥੇ ਮੈਂ ਇਸ ਵਿਸ਼ੇ ਨੂੰ ਹੀ ਜਿਹੜਾ ਹੈ ਉਹ ਅੱਗੇ ਲੈ ਕੇ ਚੱਲਦਾ ਜੀ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸੇ ਤਰ੍ਹਾਂ ਹੀ ਕੌਡੇ ਰਾਖਸ਼ ਗਏ, ਮੈਂ ਉੱਥੇ ਛੱਡ ਗਿਆ ਸੀਗਾ।
ਕੌਡੇ ਰਾਕਸ਼ ਨੂੰ ਸਮਝਾਇਆ ਸੀਗਾ ਕਿ ਤੂੰ ਚੋਰੀਆਂ ਕਰਦਾ ਏ, ਡਾਕੇ ਮਾਰਦਾ ਏ, ਠੱਗੀਆਂ ਕਰਦਾ ਏ, ਤਾਂ ਇਹ ਕੰਮ ਛੱਡ ਦੇ। ਤੇ ਕੌਡਾ ਰਾਕਸ਼ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਛੱਡ ਸਕਦਾ, ਇਹ ਤਾਂ ਮੇਰੀ ਕਿਰਤ ਆ। ਗੁਰੂ ਨਾਨਕ ਪਾਤਸ਼ਾਹ ਜੀ ਵੇਖੋ ਫਿਰ ਪ੍ਰੇਮ ਦੇ ਤੀਰ ਪਿਆਰ ਦੇ ਨਾਲ ਕਹਿੰਦੇ ਕਿ ਜੇ ਤੂੰ ਇਹ ਨਹੀਂ ਛੱਡ ਸਕਦਾ 3 ਬਚਨ ਮੰਨ ਲੈ ਸਾਡੇ। ਆਪਾਂ ਸਾਰੇ ਵਿਦਿਆਰਥੀ ਜਾਣਦੇ ਹਾਂ 3 ਬਚਨ ਕਿਹੜੇ ਆ, ਤੇ ਉਹ 3 ਬਚਨ 550 ਸਾਲਾ ਕਿਤਾਬ ਜਿਹੜੀ ਆ ਉਹਦੇ ਵਿੱਚ ਵੀ ਲਿਖੇ ਹੋਏ ਨੇਗੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਹਿਲੀ ਗੱਲ ਤਾਂ ਸੱਚ ਬੋਲਣਾ, ਹਮੇਸ਼ਾ ਝੂਠ ਨਹੀਂ ਬੋਲਣਾ। ਦੂਸਰਾ ਬਚਨ ਦੂਸਰਾ ਬਚਨ ਕੀ ਹੈ ਕਿ ਕਦੇ ਵੀ ਗਰੀਬ ਮਾਰ ਨਹੀਂ ਕਰਨੀ। ਤੀਸਰਾ ਬਚਨ ਹੈ ਲੂਣ ਖਾ ਕੇ ਹਰਾਮ ਨਹੀਂ ਕਰਨਾ। ਮੈਂ ਇਹਨੂੰ ਨਾ ਸ਼ਾਰਟ ਚ ਕਰਦਾ ਪਿਆ ਸਾਰਾ ਕੁਝ ਕਿ ਇੱਕ ਵਿਸ਼ਾ ਬਣ ਜਾਵੇ ਪ੍ਰੇਮ ਵਾਲਾ, ਉੱਥੇ ਆਪਾਂ ਚੱਲ ਜਾਵਾਂਗੇ ਜੀ। ਤੇ ਗੁਰੂ ਨਾਨਕ ਪਾਤਸ਼ਾਹ ਦੇ ਕਹਿੰਦੇ ਇਹ 3 ਬਚਨ ਮੰਨ ਲਏ। ਕੌਡਾ ਰਾਕਸ਼ ਕਹਿੰਦਾ ਜੀ ਮਾਫ ਕਰਨਾ ਜੀ, ਭੂਮੀਆ ਚੋਰ ਕਹਿੰਦਾ ਕਿ ਇਹ ਕਿਹੜੀ ਵੱਡੀ ਗੱਲ ਹੈ ਜੀ, ਇਹ ਤਾਂ ਮੈਂ ਮੰਨ ਲਾਂਗਾ। ਦੁਬਾਰਾ ਰਿਪੀਟ ਕਰਨ ਲੱਗਾ ਜੀ, ਸੱਚ ਹਮੇਸ਼ਾ ਬੋਲਣਾ, ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਲੂਣ ਖਾ ਕੇ ਹਰਾਮ ਨਹੀਂ ਕਰਨਾ। ਇਹ 3 ਬਚਨ ਮੰਨ ਲਾ। ਠੀਕ ਹੈ ਜੀ ਮਹਾਰਾਜ, ਮੈਂ 3 ਬਚਨ ਮੰਨ ਲੈਣਾ ਜੀ। ਤਾਂ ਆਪਾਂ ਸਾਰੇ ਜਾਣਦੇ ਹਾਂ, ਸੁਣਿਆ ਹੈ ਕਿ ਜਿਸ ਵੇਲੇ ਭੂਮੀਆ ਚੋਰ ਜਿਹੜਾ ਸੀਗਾ ਰਾਜੇ ਦੇ ਮਹਿਲ ਵਿੱਚ ਜਾਂਦਾ ਹੈ ਤੇ ਉਹਨਾਂ 3 ਬਚਨ ਜਿਹੜੇ ਨੇ ਵਾਪਰਦੇ ਨੇਗੇ। ਪਹਿਲਾ ਸੀਗਾ ਜਦੋਂ ਅੰਦਰ ਜਾਣ ਲੱਗਾ, ਤੂੰ ਕੌਣ ਹੈ? ਮੈਂ ਚੋਰ ਆ। ਰਾਜੇ ਦੇ ਜਿਹੜੇ ਸਿਪਾਹੀ ਸਨ ਕਹਿੰਦੇ ਕਿ ਇਹਨੂੰ ਲੱਗਦਾ ਨਹੀਂਗਾ ਇਹ ਚੋਰ ਆ, ਇਹਨੂੰ ਛੇਤੀ ਛੇਤੀ ਲੰਘਾਓ ਅੰਦਰ, ਕੋਈ ਰਾਜੇ ਦਾ ਖਾਸ ਹੋਏਗਾ ਜਿਹੜਾ ਕਹਿਣ ਦਿਆ ਮੈਂ ਚੋਰ ਆ। ਗੁਰੂ ਮਹਾਰਾਜ ਨੇ ਕਿਹਾ ਨਾ ਸੱਚ ਬੋਲਣਾ, ਉਹਨੇ ਸੱਚ ਹੀ ਬੋਲਿਆ ਕਿ ਮੈਂ ਚੋਰ ਆ। ਫਿਰ ਜਿਸ ਵੇਲੇ ਚੋਰੀ ਕਰਦਿਆਂ ਭੁੱਖ ਲੱਗ ਗਈ ਤਾਂ ਹੱਥ ਦੇ ਵਿੱਚ ਦੱਸਦੇ ਆ ਕਿ ਰਸੋਈ ਦੇ ਵਿੱਚੋਂ ਕੋਈ ਲੱਗ ਗਿਆ ਸੀਗਾ। ਹੁਣ ਇੱਥੇ ਇਤਿਹਾਸਕਾਰਾਂ ਨੇ ਅਲੱਗ-ਅਲੱਗ ਤਰੀਕੇ ਨਾਲ ਆਪਾਂ ਗੱਲ ਸਮਝਣੀ ਆ ਜੀ। ਵੈਸੇ ਆਪਾਂ ਉਹ ਚੀਜ਼ ਨੂੰ ਨਹੀਂ ਲੈਣਾ ਕਿ ਹੱਥ ਵਿੱਚ ਲੂਣ ਆ ਗਿਆ ਸੀ, ਨਮਕ ਆ ਗਿਆ ਸੀਗਾ ਜੀ। ਤੇ ਫਿਰ ਜਿਹੜਾ ਜਿੰਨਾ ਸਾਰਾ ਚੋਰੀ ਕੀਤੀ ਸੀ ਨਾ, ਜਿੰਨਾ ਸਾਰਾ ਕੁਝ ਬੰਨਿਆ ਸੀਗਾ, ਜਦੋਂ ਚੱਖ ਲਿਆ ਉਹਨੇ ਤੇ ਗੁਰੂ ਮਹਾਰਾਜ ਦਾ ਬਚਨ ਯਾਦ ਆ ਗਿਆ, ਨਮਕ ਖਾ ਕੇ ਲੂਣ ਖਾ ਕੇ ਹਰਾਮ ਨਹੀਂ ਕਰਨਾ, ਵੱਜਿਆ ਭਜਾਇਆ ਜਿਹੜਾ ਸਾਰਾ ਕੁਝ ਛੱਡਤਾ ਸੀਗਾ। ਜਦੋਂ ਅਗਲੇ ਦਿਨ ਪਤਾ ਲੱਗਾ ਵੀ ਇਹ ਸਾਰਾ ਕੁਝ ਕਿਸ ਤਰ੍ਹਾਂ ਵਾਪਰਿਆ ਹੈ, ਹੁਣ ਰਾਜੇ ਨੇ ਸਿਪਾਹੀਆਂ ਨੂੰ ਆਰਡਰ ਕੀਤਾ, ਹੁਕਮ ਕੀਤਾ ਕਿ ਪਤਾ ਕਰੋ ਕਿ ਇਹ ਕੌਣ ਸੀਗਾ ਜਿਹੜਾ ਬੰਨਿਆ ਬਣਾਇਆ ਸਾਰਾ ਕੁਝ ਇੱਥੇ ਛੱਡ ਗਿਆ ਹੈ। ਪਤਾ ਕੀਤਾ, ਕਦੀ ਕਿਸ ਨੂੰ ਲੈ ਆਉਂਦੇ ਸੀ, ਕਦੀ ਕਿਸ ਨੂੰ ਲੈ ਰਹੇ ਸੀ, ਤੇ ਉੱਥੇ ਗਰੀਬ ਮਾਰ ਹੋ ਰਹੀ ਸੀਗੀ। ਤੇ ਇੱਧਰ ਭੂਮੀਆ ਚੋਰ ਨੂੰ ਪਤਾ ਚੱਲਿਆ ਕਿ ਇਹ ਤਾਂ ਰਾਜਾ ਜਿਹੜਾ ਇਸੇ ਗਰੀਬਾਂ ਦੇ ਉੱਤੇ ਜ਼ੁਲਮ ਕਰੀ ਜਾ ਰਿਹਾ, ਚੋਰੀ ਤਾਂ ਮੈਂ ਕੀਤੀ ਸੀਗੀ। ਤੇ ਫਿਰ ਜਦੋਂ ਭੂਮੀਆ ਚੋਰ ਨੂੰ ਪਤਾ ਚੱਲਿਆ ਤਾਂ ਭੂਮੀਆ ਚੋਰ ਰਾਜੇ ਦੇ ਦਰਬਾਰ 'ਚ ਪਹੁੰਚ ਗਿਆ। ਰਾਜੇ ਨੂੰ ਜਾ ਕੇ ਕਹਿੰਦਾ ਕਿ ਇਹ ਤੁਸੀਂ ਨਜਾਇਜ਼ ਮਾਰ ਰਹੇ ਆ, ਚੋਰੀ ਤਾਂ ਮੈਂ ਕੀਤੀ ਸੀਗੀ ਜੀ। ਆ ਗਏ ਨਾ ਬਚਨ 3 ਗੁਰੂ ਮਹਾਰਾਜ ਦੇ, ਮਾਰੇ ਨਾ ਪ੍ਰੇਮ ਵਾਲੇ ਤੀਰ, ਹਰ ਪ੍ਰੇਮ ਬਾਣੀ ਮਨ ਮਾਰਿਆ, ਆਲੇ ਅਨੀਆਂ ਰਾਮ ਰਾਏ। ਸੋ ਪ੍ਰੇਮ ਦੇ ਜਿਹੜੇ ਤੀਰ ਆ ਗੁਰੂ ਮਹਾਰਾਜ ਨੇ ਮਾਰੇ, ਇਹ ਸਾਨੂੰ ਸਮਝਣਾ ਪਊਗਾ ਗੁਰਬਾਣੀ ਤੋਂ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਇਧਰੋਂ ਬਾਸਰਕੇ ਛੱਡ ਕੇ, ਆਪਣਾ ਪਿੰਡ ਛੱਡ ਕੇ ਬਾਸਰਕੇ ਪਹੁੰਚੇ। ਕਾਹਦੇ ਵਾਸਤੇ? ਇੱਕ ਨਵਾਂ এনवायरमेंट ਸਾਜਣ ਵਾਸਤੇ, ਇੱਕ ਨਵਾਂ ਮਾਹੌਲ ਪੈਦਾ ਕਰਨ ਵਾਸਤੇ। ਕਿਉਂ? ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਫਲਸਫਾ ਹੈ,
ਇਹ ਹਰੇਕ ਦੀ ਪਕੜ ਤੋਂ ਬਾਹਰ ਆ ਕਿ ਸਿੱਖੀ ਦਾ ਫਲਸਫਾ ਹੀ ਇਸ ਤਰ੍ਹਾਂ ਦਾ ਹੈ ਵੀ ਜੇ ਆਪਾਂ ਹਰੇਕ ਥਾਂ ਤੇ, ਦੂਜੀ ਗੱਲ ਇਹ ਵੀ ਆ ਕਿ ਜੇ ਆਪਾਂ ਹਰੇਕ ਥਾਂ ਤੇ ਫਿਲਾਸਫੀ ਨੂੰ ਮਿਲਵਾਂਗੇ ਤੇ ਸਾਡਾ ਜੀਵਨ ਜਿਹੜਾ ਤਾਂ ਵੀ ਜਿਹੜਾ ਅੱਗੇ ਨਹੀਂ ਵੱਧ ਸਕਦਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਜੋ ਮੇਰੀ ਸਮਝ 'ਚ ਆਇਆ ਹੈ ਉਹ ਇਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਇਨਸਾਨ ਦੇ ਕੋਲ ਗਏ ਕਿ ਜਿਹੜਾ ਇਨਸਾਨ ਸਮਾਜ ਦੇ ਵਿੱਚ ਧਾਰਮਿਕ ਸੀਗਾ ਤੇ ਉਹ ਆਪਣੇ ਵੱਡੇ ਬਹੁਤ ਸਾਰੇ ਕਹਿ ਲਈਏ ਕਿ ਵੱਡੇ ਪੱਧਰ ਤੇ, ਜਿਸ ਤਰ੍ਹਾਂ ਮਲਕ ਭਾਗੋ ਸੀਗਾ, ਉਹ ਸਮਾਜ ਦੇ ਲੋਕਾਂ 'ਚ ਇੱਕ ਧਾਰਮਿਕ ਸੀਗਾ। ਸੱਜਣ ਠੱਗ ਸੀਗਾ, ਉਹ ਵੀ ਸਮਾਜ ਦੇ ਲੋਕਾਂ 'ਚ ਇੱਕ ਧਾਰਮਿਕ ਸੀਗਾ। ਉਹਦੇ ਅੰਦਰ ਕੀ ਸੀ ਉਹ ਕਿਸੇ ਨੂੰ ਨਹੀਂ ਸੀਗਾ ਪਤਾ। ਮਲਕ ਭਾਗੋ ਦੇ ਅੰਦਰ ਕੀ ਸੀਗਾ ਉਹ ਕਿਸੇ ਨੂੰ ਨਹੀਂ ਸੀ ਪਤਾ। ਪਰ ਇਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਅੱਜ 5 ਨੇ ਚੋਰ, ਉਹ ਕਿਸੇ ਨੂੰ ਨਹੀਂ ਪਤਾ। ਉਹ ਸਾਨੂੰ ਖੁਦ ਨੂੰ ਵੀ ਨਹੀਂ ਪਤਾ, ਪਤਾ ਹੋਣ ਦੇ ਬਾਵਜੂਦ ਵੀ ਨਹੀਂ ਪਤਾ ਕਿ ਉਹਨਾਂ ਨੂੰ ਬਾਹਰ ਕੱਢਣਾ ਹੈ। ਸਾਨੂੰ ਉਹ ਬਾਰ-ਬਾਰ ਗੁਰਬਾਣੀ ਕਹਿ ਰਹੀ ਹੈ ਪਰ ਆਪਾਂ ਨਹੀਂ ਕੱਢਦੇ। ਸਾਨੂੰ ਅੱਜ ਸੁਣਨ ਨੂੰ ਤਾਂ ਹੀ ਮਿਲਦਾ ਇਹ ਸਾਰਾ ਕੁਝ ਬੁਰਾਈਆਂ ਜਿਹੜੀਆਂ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ, ਆਪਾਂ ਗੱਲ ਕੀਤੀ ਨਾ ਭੂਮੀਆਂ ਚੋਰ ਦੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੇ ਭੂਮੀਆਂ ਚੋਰ ਨੇ ਇਹ ਗੱਲ ਕਹੀ ਕਿ ਮੈਂ ਚੋਰੀ ਨਹੀਂ ਛੱਡ ਸਕਦਾ, ਗੁਰੂ ਮਹਾਰਾਜ ਨੇ ਕਿਹਾ ਜੇ ਤੂੰ ਨਹੀਂ ਚੋਰੀ ਛੱਡ ਸਕਦਾ ਤੂੰ ਆਹ 3 ਬਚਨ ਮੰਨ ਲੈ ਤਾਂ ਆਪਣਾ ਕਿਰਤ ਕਰੀ ਜਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੇਮ ਦੇ ਮਾਰੇ ਤੀਰ ਪਰ ਵੱਜੇ। ਫਿਰ ਅਸੀਂ ਇਹੀ ਗੱਲ ਕਹਿੰਦੇ ਆ ਕਿ ਜਦ ਤੱਕ ਅਸੀਂ ਖੁਦ ਬਾਣੀ ਨਹੀਂ ਪੜ੍ਹਦੇ, ਜਦ ਤੱਕ ਅਸੀਂ ਨਹੀਂ ਵਾਚਦੇ, ਅਸੀਂ ਆਪਣੇ ਕੰਮ ਪ੍ਰਤੀ ਕੋਈ ਫੈਸਲਾ, ਕੋਈ ਵੀ ਨਿਰਣਾ ਨਹੀਂ ਲੈ ਸਕਦੇ। ਅਸੀਂ ਕਿਸੇ ਕੰਮ ਪ੍ਰਤੀ ਨਿਰਣਾ ਲੈਣਾ ਹੈ ਉਹ ਉਦੋਂ ਲਿਆ ਜਾ ਸਕਦਾ ਹੈ ਜਦੋਂ ਖੁਦ ਗੁਰਬਾਣੀ ਪੜਾਂਗੇ, ਜਦੋਂ ਵਾਚਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਲਸਫਾ ਸਾਡੀ ਸਮਝ, ਸਾਡੀ ਪਕੜ 'ਚ ਤਾਂ ਹੀ ਆਏਗਾ ਜੇਕਰ ਅਸੀਂ ਗੁਰਬਾਣੀ ਨੂੰ ਵਾਚਾਂਗੇ, ਪੜਾਂਗੇ। ਪ੍ਰੇਮ ਵਾਲੇ ਤੀਰ ਜਿਹੜੇ ਨੇਗੇ ਉਹ ਸਾਡੇ ਕਿਤੇ ਵੱਜ ਜਾਣ ਇਹ ਪੜ੍ਹਦਿਆਂ ਤੇ ਸਾਡਾ ਜੀਵਨ ਜਿਹੜਾ ਹੈ ਸੱਜਣ ਠੱਗ ਜਿਹੜਾ ਸੱਜਣ ਬਣ ਗਿਆ, ਮਲਕ ਭਾਗੋ ਵੀ ਸੁਧਰ ਗਿਆ, ਭੂਮੀਆਂ ਚੋਰ ਸੁਧਰ ਗਏ। ਜਿਹੜੇ ਹਰਿਦੁਆਰ ਚੜ੍ਹਦੇ ਪਾਸੇ ਪਾਣੀ ਸੁੱਟ ਰਹੇ ਸਨ ਉਹਨਾਂ ਨੂੰ ਵੀ ਗਿਆਨ ਆ ਗਿਆ ਸੀਗਾ। ਜਿਹੜੇ ਦੀਵੇ ਥਾਲੀਆਂ 'ਚ ਰੱਖ ਕੇ ਆਰਤੀ ਮੂਰਤੀ ਦੀ ਉਤਾਰ ਰਹੇ ਸਨ ਉਹਨਾਂ ਨੂੰ ਵੀ ਸਮਝ ਆ ਗਈ ਸੀਗੀ। ਪਰ ਅੱਜ ਦਾ ਮਨੁੱਖ ਜਿਹੜਾ ਏ ਉਹ ਨਹੀਂ ਸਮਝ ਰਿਹਾ ਇਸ ਬਾਣੀ ਨੂੰ। ਕਿਉਂ ਨਹੀਂ ਸਮਝ ਰਿਹਾ? ਕਿਉਂ ਕਰਕੇ ਉਹ ਇਹ ਕਹਿੰਦਾ ਏ ਕਿ ਸਾਨੂੰ ਕੋਈ ਥਰਡ ਪਰਸਨ, ਸਾਨੂੰ ਕੋਈ ਦੂਸਰਾ ਜਿਹੜਾ ਏ ਉਹ ਇਹਦੇ ਅਰਥ ਕਰਕੇ ਦੱਸੇ, ਉਹ ਸਾਨੂੰ ਸਮਝਾਵੇ। ਜਦ ਅਸੀਂ ਖੁਦ ਬਾਣੀ ਪੜਾਂਗੇ, ਖੁਦ ਬਾਣੀ ਵਾਚਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤੇ ਜਿਸ ਦਿਨ ਵੀਰ ਬਹਾਦਰ ਸਿੰਘ ਜੀ ਉਹਨਾਂ ਨੇ ਬੜਾ ਵਧੀਆ ਦੀਵਾਲੀ ਵਾਲੇ ਦਿਨ ਜਿਹੜਾ ਸੀਗਾ ਉਹ ਸ਼ਬਦਾਂ ਵਿਚਾਰ ਕੀਤੀ ਸੀਗੀ ਕਿ ਵਿਚਾਰ ਸੀਗੀ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਉਹ ਸੀਗਾ ਸ਼ਬਦ ਸੀਗਾ ਦੀਵਾਲੀ ਕੀ ਰਾਤ ਦੀਵੇ ਬਾਲੀ ਨਾ। ਹੁਣ ਦੀਵਾ ਕਿਹੜਾ ਬਾਲਣਾ ਸੀਗਾ? ਪ੍ਰੇਮ ਦਾ ਬਾਲਣਾ ਸੀਗਾ। ਤੇ ਬਾਣੀ ਚ ਆਉਂਦਾ ਨਾ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਨਾਮ ਹੀ ਜਿਹੜਾ ਹੈ ਉਹ ਦੀਵਾ ਹੈ, ਨਾਮ ਜਿਹੜੀ ਹੈ ਬੱਤੀ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਭਵਨ ਸਗਲਾਰ। ਐ ਸੀ ਪ੍ਰੇਮ ਦੀ ਬੋਲੀ। ਤੇ ਜੇ ਅੱਜ ਸਵਾਲ ਕੀਤਾ ਜਾਵੇ ਤੇ ਉਹ ਸਵਾਲ ਇਹ ਆ ਕਿ ਪ੍ਰਮਾਤਮਾ ਦੀ ਬੋਲੀ ਕੀ ਆ, ਪ੍ਰਮਾਤਮਾ ਦੀ ਭਾਸ਼ਾ ਕਿਹੜੀ ਆ, ਤੇ ਆਪਾਂ ਕੀ ਜਵਾਬ ਦੇਵਾਂਗੇ? ਕੀ ਜਵਾਬ ਦੇਵਾਂਗੇ? ਜਵਾਬ ਇਹ ਆ ਕਿ ਪ੍ਰਮਾਤਮਾ ਦੀ ਭਾਸ਼ਾ ਜਿਹੜੀ ਆ, ਪ੍ਰਮਾਤਮਾ ਦੀ ਬੋਲੀ ਜਿਹੜੀ ਆ ਉਹ ਹੈ ਪ੍ਰੇਮ, ਉਹ ਹੈ ਪਿਆਰ। ਪ੍ਰਮਾਤਮਾ ਦੀ ਬੋਲੀ ਜਿਹੜੀ ਆ ਉਹ ਪਿਆਰ ਆ, ਪ੍ਰੇਮ ਆ। ਸੋ ਸਾਰੇ ਜਾਣੇ ਆਪਾਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਤੇ ਸਾਡੀ ਭੈਣ ਜੀ ਹੁਣੀ ਬੜੇ ਪ੍ਰੇਮ ਦੇ ਸ਼ਬਦ ਜਿਹੜੇ ਨੇ ਉਹ ਸੁਣਾਉਂਦੇ ਨੇ, ਤੇ ਇਸ ਤਰ੍ਹਾਂ ਦਾ ਜੀਵਨ ਜਿਹੜਾ ਇਹ ਸਾਡਾ ਹੋਵੇ।
ਕਿਉਂ ਮੇਰੀ ਇਸ ਵਿਸ਼ੇ ਤੇ ਮੈਂ ਮਾਫੀ ਚਾਹੂੰਗਾ ਕਿ ਮੇਰੀ ਕੋਈ ਇਸ ਵਿਸ਼ੇ ਤੇ ਖਾਸ ਤਿਆਰੀ ਨਹੀਂ ਸੀਗੀ ਤੇ ਇਸ ਕਰਕੇ ਮੈਂ ਉਹ ਵਿਸ਼ੇ ਨੂੰ ਜ਼ਿਆਦਾ ਨਹੀਂ ਲੈ ਸਕਿਆ, ਉਹ ਤੋਂ ਮਾਫੀ ਚਾਹੂੰਗਾ ਜੀ। ਤੇ ਸਤਿਗੁਰੂ ਦੀ ਮੈਂ ਪ੍ਰੇਮ ਵਾਲੀ ਗੱਲ ਕਰਦਾ ਹਾਂ ਕਿ ਸਤਿਗੁਰੂ ਜੀ ਜੇ ਇਨਸਾਨ ਪ੍ਰੇਮ ਦੇ ਵਿੱਚ ਜਾਣ ਤੇ ਉਹ ਬੜਾ ਕੁਝ ਹਾਸਲ ਕਰ ਸਕਦਾ ਹੈ। ਤੇ ਮੈਂ ਇੱਕ ਨਾ ਮੈਨੂੰ ਸਮਾਂ ਮਿਲਿਆ ਹੈ ਤੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀਗੀ ਮੈਂ, ਤੇ ਉਹ ਨਾ ਇਨਸਾਨ ਤੇ ਇਸ ਵਿਸ਼ਾ ਹੀ ਉਹ ਪ੍ਰੇਮ ਵਾਲਾ ਚੱਲ ਲੱਗਿਆ ਤੇ ਮੈਂ ਸੋਚਿਆ ਕਿ ਚਲੋ ਹੁਣ ਉਹ ਕਵਿਤਾ ਤੇ 4 ਕਨਾਲਾਂ ਲਿਖੀਆਂ ਨੇਗੀਆਂ, ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਬੋਲਦਾ। ਤੇ ਇਸ ਤੋਂ ਬਾਅਦ ਮੈਂ ਨਾ ਇੱਕ ਦੋ ਆਪਣੀਆਂ ਨਾ ਜਿਹੜੀਆਂ ਮੇਰੇ ਨਾਲ ਹੱਡ ਬੀਤੀਆਂ ਨੇਗੀਆਂ, ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ। ਇਹ 4 ਲਾਈਨਾਂ ਜਿਹੜੀਆਂ ਨੇਗੀਆਂ ਕਵਿਤਾ ਦੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਕਿ ਉਹ ਕਵਿਤਾ ਸੀਗੀ, ਬੜੀ ਅਜੀਬ ਬਣਾਈ ਦੁਨੀਆ ਏ ਤੇ 4 ਬਣਾਈਆਂ ਖਾਣੀਆਂ ਨੇ, ਚਾਹਾਂ ਦਾ ਖੇਲ ਪਸਾਰਾ ਏ ਤੇ ਕੁਦਰਤ ਦਾ ਅਜਬ ਨਜ਼ਾਰਾ ਏ। ਕੀ ਹੈ ਕਿ ਬੜੀ ਅਜੀਬ ਦੁਨੀਆ ਹੈ ਤੇ 4 ਬਣਾਈਆਂ ਖਾਣੀਆਂ ਨੇ, 4 ਖਾਣੀਆਂ ਜਿਨ੍ਹਾਂ ਦਾ ਸਾਰਾ ਪਸਾਰਾ ਹੈ। ਅੰਡ ਜੇਰ ਸਿਤਜ ਉਤਪਜ ਤੇ ਅੱਗੇ ਹੈ ਤੇ ਕੁਦਰਤ ਦਾ ਅਜਬ ਨਜ਼ਾਰਾ ਏ, ਕਿੰਨੇ ਗ੍ਰਹਿ ਆਕਾਸ਼ ਪਤਾਲ ਬਣਾਏ ਨੇ ਤੇ ਕਿੰਨੇ ਜੀਵ ਜੰਤ ਵਿੱਚ ਪਾਏ ਨੇ, ਨਿੱਕੀ ਕੀੜੀ ਤੋਂ ਲੈ ਕੇ ਹਾਥੀ ਤਾਈਂ ਸਭ ਤੇਰਾ ਹੀ ਖੇਲ ਪਸਾਰਾ ਏ। ਤੂੰ ਸਭ ਵਿੱਚ ਇੱਕ ਰਸ ਵਿਆਪ ਕੇ, ਤੂੰ ਸਾਰਿਆਂ ਦੇ ਵਿੱਚ ਇੱਕੋ ਜਿਹਾ ਹੈ। ਇੱਕ ਓੰਕਾਰ, ਇਹ ਪ੍ਰਮਾਤਮਾ ਦੀ ਜੋਤ ਘਟ ਘਟ ਮੈਂ ਹਰ ਜੂ ਵਸੈ। ਪ੍ਰਮਾਤਮਾ ਦੀ ਜੋਤ ਜਿਹੜੀ ਆ ਉਹ ਸਭ ਦੇ ਵਿੱਚ ਇੱਕ ਏ, ਤੂੰ ਸਭ ਵਿੱਚ ਇੱਕ ਰਸ ਵਿਆਪ ਕੇ ਫਿਰ ਵੀ ਕਿੰਨਾ ਫਰਕ ਜਿਹਾ ਪਾਇਆ ਏ। ਮਿੱਟੀ ਦਾ ਰੰਗ ਇੱਕ ਹੀ ਕੀਤਾ ਏ ਤੇ ਭਾਂਡਿਆਂ ਦਾ ਰੰਗ ਵਟਾਇਆ ਏ। ਹੁਣ ਤੁਸੀਂ ਦੇਖੋ ਕਿ ਖੂਨ ਸਾਰਿਆਂ ਦਾ ਇੱਕੋ ਹੀ ਹੈ, ਲਾਲ ਹੀ ਆ ਖੂਨ ਆ ਸਭ ਦਾ, ਲਾਲ ਰੰਗ ਦਾ ਹੈ, ਤੇ ਪਰ ਸਾਡੀਆਂ ਸ਼ਕਲਾਂ ਜਿਹੜੀਆਂ ਨੇ ਉਹ ਇੱਕ ਦੀ ਦੂਜੇ ਨਾਲ ਨਹੀਂ ਮਿਲਦੀ। ਕਿ ਮਿੱਟੀ ਦਾ ਰੰਗ ਇੱਕ ਹੀ ਕੀਤਾ ਹੈ, ਅਸੀਂ ਮਿੱਟੀ ਤੋਂ ਪੈਦਾ ਹੋਏ ਨਾ, ਮਿੱਟੀ ਦਾ ਰੰਗ ਇੱਕ ਹੀ ਕੀਤਾ ਹੈ ਤੇ ਭਾਂਡਿਆਂ ਦਾ ਰੰਗ ਜਿਹੜਾ ਹੈ, ਅਸੀਂ ਸਾਰੇ ਭਾਂਡੇ ਆ ਤੇ ਭਾਂਡਿਆਂ ਦਾ ਰੰਗ ਵਟਾਇਆ ਹੈ। ਅੱਗੇ ਕਈਆਂ ਨੂੰ ਲੋੜ ਤੋਂ ਵੱਧ ਜੋਬਨ ਦਿੱਤਾ ਤੇ ਕਈਆਂ ਨੂੰ ਵੱਧ ਤੋਂ ਸੂਰਤ ਬਣਾਇਆ ਹੈ। ਕਈਆਂ ਨੂੰ ਲੋੜ ਤੋਂ ਵੱਧ ਜੋਬਨ ਦਿੱਤਾ, ਕਈਆਂ ਨੂੰ ਵੱਧ ਸੂਰਤ ਬਣਾਇਆ ਹੈ। ਆਪਾਂ ਗੱਲ ਕੀਤੀ ਕੌਡੇ ਰਾਖਸ਼ ਦੀ, ਉਹ ਵੱਧ ਸੂਰਤ ਸੀਗਾ, ਕਈਆਂ ਨੂੰ ਲੋੜ ਤੋਂ ਵੱਧ ਜੋਬਨ ਦੇ ਦਿੱਤਾ। ਇਹ 4 ਕਲਾਵਾਂ ਲਿਖੀਆਂ ਸੀਗੀਆਂ ਮੈਂ। ਹੁਣ ਮੈਂ ਤੁਹਾਨੂੰ ਹਕੀਕਤ ਦੱਸਦਾ ਹੈ ਕਿ ਗੁਰਬਾਣੀ ਦੇ ਵਿੱਚ ਪਾਵਰ ਜਿਹੜੀ ਉਹ ਆਪਾਂ ਨੂੰ ਦੱਸਦੇ ਹੁੰਦੇ ਨੇ ਭਾਈ ਸਾਹਿਬ ਹੁਣੀ, ਬਹੁਤ ਪਾਵਰ ਆ ਗੁਰਬਾਣੀ। ਜਿਹੜਾ ਪੜ੍ਹਦਾ ਹੈ ਨਾ ਤੇ ਉਹਦੇ ਅੰਦਰ ਇੱਕ ਅਲਰਜੀ, ਉਹਦੇ ਅੰਦਰ ਸ਼ਕਤੀ, ਪਾਵਰ ਆ ਜਾਂਦੀ ਹੈ। ਦਾਸ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਰਮਦਾਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਉਹਨਾਂ ਦਾ। ਜਿਹੜੀ ਚਿਖਾ ਸੀ, ਅਗਨ ਸੀ, ਜਿਹੜੀ ਭੇੜਾ ਕੀਤੀ ਅਗਨ ਤਲਾ ਕੇ ਪੂਰਾ ਆਪਣਾ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਸੀਗਾ। ਉੱਥੇ ਸੇਵਾ ਦਾ ਮੌਕਾ ਮਿਲਿਆ 6 ਮਹੀਨੇ ਤੇ ਉੱਥੇ ਨੇਮ ਇੰਨਾ ਬਣ ਗਿਆ ਕਿ ਪਹਿਲਾਂ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਕਰਨਾ, ਫਿਰ ਨਿਤਨੇਮ ਕਰਨਾ 5 ਬਾਣੀਆਂ ਦਾ, ਫਿਰ ਉਸ ਤੋਂ ਬਾਅਦ ਬਰਤਨਾਂ ਦੀ ਸੇਵਾ ਕਰਨੀ, ਫਿਰ ਸੁਖਮਨੀ ਸਾਹਿਬ ਦਾ ਜਾਪ ਕਰਨਾ, ਫਿਰ ਨਿਤਨੇਮ 5 ਬਾਣੀਆਂ ਦਾ ਕਰਨਾ। ਤੇ ਇਸ ਤਰ੍ਹਾਂ ਕਰਦਿਆਂ ਜਾਣੇ ਕਿ 3 ਟਾਈਮ ਜਿਹੜਾ ਸੀ ਇੱਕ ਦਿਨ ਦੇ ਵਿੱਚ 5 ਬਾਣੀਆਂ ਦਾ ਨਿਤਨੇਮ, ਤੇ 2 ਟਾਈਮ ਸੁਖਮਨੀ ਸਾਹਿਬ ਦਾ ਜਾਪ, ਫਿਰ ਆਸਾ ਕੀ ਵਾਰ, ਆਰਤੀ, ਰਹਿਰਾਸ, ਸੇਲਾ ਬਾਣੀ, ਫਿਰ ਸ਼ਾਮ ਨੂੰ ਬੈਠਣਾ ਕਿ ਆਪਣੇ ਖੰਡ ਕੀਰਤਨੀ ਸਿੰਘ ਸਨ ਉਹਨਾਂ ਨਾਲ ਜਾਪ। ਤੇ ਜਿੰਨੇ ਵਿਦਿਆਰਥੀ ਸੀ ਆਪਣੇ ਜੁੜੇ ਨੇ ਅੱਜ, ਆਹ ਗੱਲ ਮੇਰੇ ਮਨ ਸੀਗੀ, ਮੈਂ ਜ਼ਰੂਰ ਦੱਸਾਂ ਤੇ ਇਹ ਗੱਲ ਬੜੀ ਧਿਆਨ ਦੇ ਨਾਲ ਸੁਣਿਓ। ਸਤਿਗੁਰ ਦੀ ਕਿਰਪਾ ਜਿਹੜੀ ਹੈ ਨਾ, ਤੇ ਬਾਕੀ ਸ਼ਬਦ ਆ ਕਿ ਬਲਦੀ ਦੇ ਵਿੱਚ ਪਰਮਾਤਮਾ ਜਿਹੜਾ ਰੱਖ ਲੈਂਦਾ ਹੈ। ਤੇ ਪਿਆਰਿਓ, ਜਿਸ ਵੇਲੇ ਨਾ ਇਹਨਾਂ ਸਿਮਰਨ, ਇੰਨੀ ਬਾਣੀ, ਮੈਂ ਨਹੀਂ ਕਹਿੰਦਾ ਕਿ ਮੈਂ ਕਰ ਰਿਹਾ ਸੀਗਾ, ਇਹ ਸਤਿਗੁਰ ਦੀ ਕਿਰਪਾ ਹੋਵੇ ਤਾਂ ਹੁੰਦੀ ਆ। ਤੇ ਮੈਂ ਰਾਤ ਸਮੇਂ ਨਾ ਉੱਥੋਂ ਮੋਟਰਸਾਈਕਲ ਤੇ ਘਰੇ ਆ ਰਿਹਾ ਸੀਗਾ
ਉੱਥੇ ਰਹਿੰਦਾ ਹੁੰਦਾ ਸੀਗਾ ਤੇ ਛੁੱਟੀ ਤੇ ਮੈਂ ਘਰੇ ਆ ਰਿਹਾ ਸੀਗਾ ਤੇ ਮੈਂ ਨਾ ਹਾਰਮੋਨੀਅਮ ਜਿਹੜਾ ਸੀਗਾ ਉਹ ਮੋਢਿਆਂ ਤੇ ਪਾਇਆ ਸੀਗਾ, ਤਣੀਆਂ ਨਾਲ ਪਾ ਕੇ ਨਾ ਪਿੱਛੇ ਬੈਕ ਸਾਈਡ ਤੇ ਸੀਗਾ ਹਾਰਮੋਨੀਅਮ। ਤੇ ਮੈਂ 45 ਦੀ ਸਪੀਡ ਤੇ ਸੀਗਾ, ਰਾਤ ਸੀਗੀ ਤੇ ਉਦੋਂ ਗਰਮੀਆਂ ਸਨ ਤੇ ਝੋਨਾ ਜਿਹੜਾ ਸੀਗਾ ਉਹ ਮੁੰਜਰਾਂ ਪਈਆਂ ਹੋਈਆਂ ਸੀ ਮਾੜੀਆਂ ਮਾੜੀਆਂ ਜੀ। ਤੇ ਅੱਗੋਂ ਨਾ ਇੱਕਦਮ ਗਾਂ ਨਿਕਲੀ ਤੇ ਜਿਹੜੀ ਉਹਦੀ ਗਾਂ ਦੀ ਧੌਣ ਸੀ ਮੈਂ ਉਹਦੇ ਉੱਤੋਂ ਦੀ ਹੋ ਕੇ ਅਗਲੇ ਬੰਨੇ ਗਿਆ ਤੇ ਜਿਹੜਾ ਮੇਰਾ ਹਾਰਮੋਨੀਅਮ ਸੀਗਾ ਉਹ ਟੁੱਟ ਗਿਆ ਸਾਰਾ ਜੀ। ਤੇ ਮੋਟਰਸਾਈਕਲ ਦਾ ਲਾਈਟ ਜਿਹੜੀ ਟੁੱਟ ਗਈ ਸੀਗੀ, ਪਰ ਪ੍ਰਮਾਤਮਾ ਦੀ ਕਿਰਪਾ ਵਰਸੀ ਕਿ ਮੈਨੂੰ ਮਾੜਾ ਜਿੰਨੀ ਵੀ ਜਿਹੜੀ ਸੀਗੀ ਉਹ ਝੀੜ ਨਹੀਂ ਸੀ ਆਈ। ਤੇ ਇਹ ਸ਼ਬਦ ਜਿਹੜਾ ਤਾਤੀ ਰੋਣ ਲੱਗੀ ਪਾਰ ਬ੍ਰਹਮ ਸ਼ਰਨਾਈ, ਚਾਓ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ। ਸਤਿਗੁਰ ਕਿਤੇ ਦੁੱਖ ਨਹੀਂ ਲੱਗਣ ਦਿੰਦਾ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਕਾਮਨਾ ਹੋਈ। ਫਿਰ ਜਿਹੜਾ ਇਹ ਜੇ ਦੁੱਖ ਕਿਤੇ ਆ ਵੀ ਜਾਵੇ ਨਾ ਉਹ ਤੇ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਮਤਲਬ ਨਹੀਂ ਮੈਨੂੰ ਦੁੱਖ ਨਹੀਂ ਗਾ, ਇਹਨੂੰ ਹੱਸ ਕੇ ਇਹਨੂੰ ਜਿਹੜਾ ਉਹ ਆਪਾਂ ਸਹਿਣ ਕਰਦੇ ਹਾਂ। ਸਤਿਗੁਰ ਦੀ ਗੁਰਬਾਣੀ ਚ ਪਾਵਰ ਹੈ। ਮੈਂ ਤਾਂ ਕਰਕੇ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਣੀਆਂ ਰਾਮ ਰਾਜੇ, ਪ੍ਰੇਮ ਦੇ ਤੀ ਮਾਰੀ ਆਪਾਂ ਵੀ। ਤੇ ਆਪਾਂ ਬਾਣੀ ਪੜ੍ਹੀਏ, ਵਾਚੀਏ, ਵਿਚਾਰੀਏ ਆਪ ਖੁਦ, ਜਿਸ ਤਰ੍ਹਾਂ ਭਾਈ ਸਾਹਿਬ ਜੀ ਦੱਸ ਨੇ, ਵੱਧ ਤੋਂ ਵੱਧ ਬਾਣੀ ਦਾ ਪ੍ਰਚਾਰ। ਗੁਰੂ ਨਾਨਕ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਪੁਰਬ ਮਨਾਉਣਾ ਹੈ ਨਾ, ਮਨਾ ਰਹੇ ਹਾਂ। ਤੇ ਹੁਣ ਜਿਹੜਾ ਇਹ ਵੱਧ ਤੋਂ ਵੱਧ ਸਿੱਧ ਗੋਸ਼ਟ ਭੈਣ ਜੀ ਨੇ ਸਵਾਲ ਕੀਤਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕਿਹੜਾ ਹੈ, ਤੇ ਉਹ ਰਹਿ ਗਿਆ ਸੀ ਕੱਲ। ਵੈਸੇ ਚਲੋ ਅਜੇ ਸਮਾਂ ਹੈਗਾ ਜੀ ਤੇ ਉੱਤੇ ਵੀ ਵਿਚਾਰ ਹੋ ਜਾਏਗੀ। ਤੇ ਸਿੱਧ ਗੋਸ਼ਟ ਬਾਣੀ ਜਿਹੜੀ ਆ ਉਹ ਪੜ੍ਹੀਏ, ਜਾਂ ਗੁਰੂ ਨਾਨਕ ਪਾਤਸ਼ਾਹ ਦੀ ਹੋਰ ਬਾਣੀਆਂ ਨੇਗੀਆਂ ਜਿਹੜੀਆਂ ਸ਼੍ਰੀ ਰਾਗ ਜਿਹੜਾ ਉਹ ਪੜ੍ਹੀਏ। ਇਹ ਮੇਰੀ ਬੇਨਤੀ ਹੈ ਜੀ। ਸੋ ਅੱਜ ਦਾ ਸਮਾਂ ਮੈਂ ਜਿਹੜਾ ਸੀਗਾ ਮੇਰੀ ਇਹਦੇ ਦੇ ਵਿਸ਼ੇ ਤੇ ਵੀ ਜੀ ਹੋਣਾ ਜਿਹੜਾ ਵਿਸ਼ਾ ਸੀ ਉੱਤੇ ਕੋਈ ਖਾਸ ਤਿਆਰੀ ਨਹੀਂ ਸੀਗੀ, ਇਸ ਕਰਕੇ ਜਿਹੜਾ ਵਿਸ਼ਾ ਵਿੱਚੋਂ ਮੈਂ ਲਿਆ ਜੀ ਉਹਦੇ ਲਈ ਮਾਫੀ ਜੀ। ਸੋ ਜੇ ਬੱਚਿਆਂ ਦੇ ਸਵਾਲ ਹਨ ਜੀ ਤੇ ਉਹ ਲੈ ਲਈਏ ਭੈਣ ਜੀ। ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੇ ਮੈਂ ਸਾਰੇ ਬੱਚਿਆਂ ਨੂੰ ਗੱਲ ਕਰਨਾ ਚਾਹਾਂਗੀ ਕਿ ਵੀਰ ਜੀ ਨੇ ਗੱਲ ਕੀਤੀ ਨਾ ਬਦਸੂਰਤ ਤੇ ਜਿਹੜੇ ਜੋਬਨ ਦੀ, ਉਹਦੇ ਵਿੱਚ ਗੱਲ ਹੈ ਜੋਬਨ ਮਤਲਬ ਬਦਸੂਰਤ ਉਹ ਜਿਹੜਾ ਭੈੜੇ ਕੰਮ ਕਰੇ ਤੇ ਦੂਸਰਾ ਉਹ ਜਿਹੜਾ ਚੰਗੇ ਕੰਮ ਕਰੇ। ਸੋ ਮੈਂ ਬੇਨਤੀ ਕਰਾਂਗੀ ਕਿ ਇੱਕ ਸਾਖੀ ਹਜੇ ਰਹਿੰਦੀ ਹੈ, ਜੇਕਰ ਪਰਮਜੀਤ ਵੀਰ ਜੀ ਇੱਕ ਵਾਰੀ ਟਰਾਈ ਕਰ ਲੈਂਦੇ ਆ, ਕਿਉਂਕਿ ਇੱਕ ਸਾਖੀ ਜਿਹੜੀ ਵਸਦੇ ਰਹੋ ਤੇ ਉੱਜੜ ਜਾਓ ਜੀ। ਤੇ ਜੇਕਰ ਵੀਰ ਜੀ ਇੱਕ ਵਾਰੀ ਟਰਾਈ ਕਰ ਲਓ, ਅਗਰ ਆਪ ਜੀ ਦੀ ਆਵਾਜ਼ ਪਹੁੰਚਦੀ ਹੈ ਤਾਂ ਜੀ ਵੀਰ ਪਰਮਜੀਤ ਜੀ। ਹਾਂਜੀ ਭੈਣ ਜੀ ਦੇਖੋ ਆਵਾਜ਼ ਆ ਰਹੀ ਹੈ ਜੀ ਹੁਣ ਜੀ ਮੇਰੀ? ਹਾਂਜੀ ਵੀਰ ਜੀ ਆ ਗਈ ਹੈ ਜੀ। ਆਪਣੇ ਕੋਲ ਸਮਾਂ ਸੀਮਤ ਹੀ ਹੈ, ਸੋ ਸਾਖੀ ਜਿਹੜੀ ਆ ਕਵਰ ਹੋ ਜਾਵੇ, ਬੱਚਿਆਂ ਤੱਕ ਉਹ ਸਾਖੀ ਪਹੁੰਚ ਜਾਵੇ, ਕਿਉਂਕਿ ਆਪਣਾ ਵਿਸ਼ਾ ਹੈ ਸਾਖੀ ਤੋਂ ਸਿੱਖਿਆ। ਠੀਕ ਹੈ, ਓਕੇ ਭੈਣ ਜੀ, ਮੈਂ ਕੋਸ਼ਿਸ਼ ਕਰਦਾ ਮੈਂ ਜਲਦੀ ਸਮੇਂ ਦੇ ਵਿੱਚ ਰਹਿ ਕੇ ਹੀ ਸਾਖੀ ਦੇ ਨਾਲ ਸਾਂਝ ਪਾਵਾਂ ਜੀ। ਇਸ ਤਰ੍ਹਾਂ ਕਿ ਵੀਰ ਜੀ ਹੁਣੇ ਗੱਲ ਕਰ ਰਹੇ ਸੀਗੇ ਗੁਰੂ ਨਾਨਕ ਸਾਹਿਬ ਜੀ ਵੱਖ-ਵੱਖ ਪ੍ਰਚਾਰਕ ਦੌਰਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਗੁਰੂ ਸਾਹਿਬ ਜੀ ਨੇ ਸੱਚ ਦਾ ਔਰ ਇੱਕ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਮੁੱਚੀ ਮਾਨਵਤਾ ਨੂੰ ਦਿੱਤਾ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਚਲਦੇ ਕੰਗਨਪੁਰ ਇੱਕ ਜਿਹੜਾ ਕਸਬਾ ਹੈ ਪਾਕਿਸਤਾਨ ਦੇ ਵਿੱਚ ਆਉਂਦਾ ਹੈ, ਉੱਥੇ ਪਹੁੰਚੇ ਨੇ। ਤੇ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਤਰੀਕਾ ਸੀ ਪ੍ਰਚਾਰ ਦਾ ਕਿ ਜਦੋਂ ਵੀ ਗੁਰੂ ਸਾਹਿਬ ਜੀ ਨੇ ਕੋਈ ਗੱਲ ਸਮਝਾਉਣੀ ਹੁੰਦੀ ਸੀ, ਗੁਰੂ ਸਾਹਿਬ ਇੱਕ ਮਾਹੌਲ ਬਣਾ ਲੈਂਦੇ ਸਨ। ਭਾਈ ਮਰਦਾਨਾ ਜੀ ਗੁਰਬਾਣੀ ਦਾ ਕੀਰਤਨ ਗੁਰੂ ਸਾਹਿਬ ਸਰਵਨ ਕਰਵਾਉਣ ਵਾਸਤੇ ਜਦੋਂ ਸੰਗਤ ਰੂਪ ਵਿੱਚ ਬੈਠਦੇ ਤੇ ਭਾਈ ਮਰਦਾਨਾ ਜੀ ਜਦੋਂ ਰਬਾਬ ਦੀਆਂ ਤਾਰਾਂ ਨੂੰ ਛੇੜਦੇ ਸਨ ਤੇ ਸੰਗਤ ਆਪਣੇ ਆਪ ਹੀ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਖਿੱਚੀ ਹੋਈ ਉਹਨਾਂ ਵੱਲ ਪ੍ਰੇਰਿਤ ਹੁੰਦੀ ਆ ਜਾਂਦੀ ਸੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜਦੋਂ ਕੰਗਨਪੁਰ ਇਲਾਕੇ ਦੇ ਵਿੱਚ ਪਹੁੰਚੇ ਨੇ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਘਟਨਾ ਨੂੰ ਲਿਖਿਆ। ਕਹਿੰਦੇ ਇੱਥੇ ਬਹੁਤ ਸਾਰੇ ਲੋਕ ਐਸੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਪਹਿਲਾਂ ਸੁਣਿਆ ਸੀ ਕਿ ਪੰਜਾਬ ਤੋਂ ਕੋਈ ਐਸਾ, ਭਾਵੇਂ ਕਿ ਉਹ ਪੰਜਾਬ ਦਾ ਹਿੱਸਾ ਹੀ ਸੀ ਉਹਨਾਂ ਸਮਿਆਂ ਦੇ ਵਿੱਚ, ਪਰ ਗੁਰੂ ਸਾਹਿਬ ਜੀ ਤਲਵੰਡੀ ਰਾਏ ਭੋਏ ਤਾਂ ਕੋਈ ਪੀਰ ਫਕੀਰ ਤੁਰਿਆ ਜੇ ਵੱਖ-ਵੱਖ ਥਾਵਾਂ ਤੇ ਜਾ ਕੇ ਧਰਮ ਇੱਕ ਪਰਮਾਤਮਾ ਦੀ ਗੱਲ ਕਰ ਰਿਹਾ ਹੈ।
ਉਹਨਾਂ ਵਿੱਚ ਉਸ ਨਗਰ ਦੇ ਉਹ ਜ਼ਿਆਦਾਤਰ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਸਨ। ਤੇ ਜਦੋਂ ਨੇ ਆਪਣਾ ਸੁਨੇਹਾ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਦੀ ਗੱਲ ਉੱਥੇ ਕਹਿਣ ਵਾਸਤੇ ਆਪਣਾ ਸਮਾਂ ਜਿਹੜਾ ਸੀ ਉਹ ਬਣਾਇਆ, ਬਹੁਤ ਸਾਰੇ ਲੋਕਾਂ ਨੇ ਗੁਰੂ ਸਾਹਿਬ ਜੀ ਇੱਥੋਂ ਤੱਕ ਕਿ ਭੈੜੇ ਬੋਲ ਵੀ ਬੋਲੇ। ਪਰ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਉਹ ਤਾਂ ਅਡੋਲ ਸਨ, ਪਰਮਾਤਮਾ ਦਾ ਰੂਪ ਸਨ, ਜਿਸ ਤਰ੍ਹਾਂ ਵੀਰ ਜੀ ਬੜਾ ਸੋਹਣਾ ਸਮਝਾ ਰਹੇ ਸਨ, ਗੁਰੂ ਸਾਹਿਬ ਜੀ ਦਾ ਇੱਕ ਮਿਸ਼ਨ ਸੀ, ਕਿਸੇ ਤਰੀਕੇ ਦੇ ਨਾਲ ਮਨੁੱਖਤਾ ਦੇ ਅਨਲੇਖੇ ਨੇ ਉਹਨਾਂ ਨੂੰ ਦੂਰ ਕਰਕੇ ਆਪਸ ਦੇ ਵਿੱਚ ਪ੍ਰੇਮ ਪਿਆਰ ਤੇ ਆਪਸ ਭਾਈਚਾਰਤਾ ਵਾਲਾ ਜਿਹੜਾ ਸਮਾਜ ਹੈ ਉਹ ਸਿਰਜਿਆ ਜਾਵੇ। ਇੱਥੇ ਵਿਰੋਧਤਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਈ ਵਾਰ ਸਾਨੂੰ ਸਮਾਜ ਦੇ ਵਿੱਚ ਐਸੇ ਮਨੁੱਖ ਵੀ ਮਿਲ ਜਾਂਦੇ ਨੇ ਜਿਹੜੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦੇ। ਗੁਰੂ ਸਾਹਿਬ ਜੀ ਨੇ ਫਿਰ ਇਹ ਬਚਨ ਆਖੇ, ਕਹਿਣ ਲੱਗੇ ਕਿ ਕੋਈ ਗੱਲ ਨਹੀਂ ਭਲਿਓ, ਵਸਦੇ ਰਹੋ। ਹੁਣ ਇੱਥੋਂ ਚੱਲ ਕੇ ਗੁਰੂ ਸਾਹਿਬ ਜੀ ਅੱਗੇ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਕੇਦੀ ਕਰਕੇ ਆਉਂਦਾ ਹੈ, ਭਾਵੇਂ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਇਹਦਾ ਨਾਮ ਚੇਂਜ ਹੋਇਆ ਹੈ। ਤੌਰ ਤੇ ਇਹ ਵੀ ਜਿਹੜਾ ਨਗਰ ਹੈ, ਇਸ ਨਗਰ ਤੋਂ ਤਕਰੀਬਨ 4 ਮੀਲ ਦੀ ਦੂਰੀ ਤੇ ਸੀ। ਤੇ ਉਸ ਨਗਰ ਦੇ ਵਿੱਚ ਜਿਸ ਵੇਲੇ ਗੁਰੂ ਸਾਹਿਬ ਪਹੁੰਚੇ ਨੇ ਤਾਂ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਹੀ, ਕਿਉਂਕਿ ਆਪਾਂ ਜਾਣਦੇ ਹਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੰਚਾਰ ਨਹੀਂ ਸਨ, ਨਾ ਹੀ ਸਫ਼ਰ ਦੇ ਸਾਧਨ ਸਨ, ਪਰ ਹੌਲੀ ਹੌਲੀ ਜਦੋਂ ਗੱਲ ਦੂਜੇ ਨਗਰ ਵਿੱਚ ਪਹੁੰਚੀ ਕਿ ਗੁਰੂ ਸਾਹਿਬ ਜੀ ਦਾ ਉੱਥੋਂ ਦੇ ਕੁਝ ਲੋਕਾਂ ਨੇ ਨਿਰਾਦਰ ਕੀਤਾ ਹੈ, ਤਾਂ ਗੁਰੂ ਸਾਹਿਬ ਨਗਰ ਵਿੱਚ ਆਏ ਤਾਂ ਗੁਰੂ ਸਾਹਿਬ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਇੱਥੋਂ ਦੇ ਲੋਕਾਂ ਨੇ ਕੀਤਾ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ। ਗੁਰੂ ਸਾਹਿਬ ਜੀ ਨੇ ਜੋ ਆਪਣੇ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਰਾਹੀਂ ਸਰਵਣ ਕਰਵਾਏ ਸਨ, ਉਹਨਾਂ ਉਪਦੇਸ਼ਾਂ ਨੂੰ ਸਰਵਣ ਕੀਤਾ। ਜੋ ਬਖਸ਼ਿਸ਼ ਕੀਤਾ ਹੋਇਆ ਗਿਆਨ ਸੀ, ਇਹਨਾਂ ਲੋਕਾਂ ਨੂੰ ਬਹੁਤ ਹੀ ਵਧੀਆ ਲੱਗਿਆ। ਇਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕਿਸੇ ਮਾਂ ਨੇ ਆਪਣੇ ਪੁੱਤਰ ਨੂੰ ਕਲਾਵੇ ਦੇ ਵਿੱਚ ਲੈ ਲਿਆ ਹੋਵੇ। ਇਸੇ ਤਰ੍ਹਾਂ ਹੀ ਇਹਨਾਂ ਜਿਨ੍ਹਾਂ ਸਾਨੂੰ ਸੱਚ ਦਾ ਉਪਦੇਸ਼ ਕਰਵਾਇਆ ਹੋਵੇ, ਸਾਨੂੰ ਇੱਕ ਕਰਨ ਦੇ ਬਾਰੇ, ਸਾਡੇ ਆਪਸੀ ਪ੍ਰੇਮ ਪਿਆਰ ਦੀ ਗੱਲ ਕੀਤੀ ਹੋਵੇ। ਪਹਿਲਾ ਫਕੀਰ ਆਇਆ ਹੈ ਜਿਹਨੇ ਇਹ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ। ਸੋ ਇਹਨਾਂ ਨੇ ਜਿਤਨੇ ਦਿਨ ਵੀ ਗੁਰੂ ਸਾਹਿਬ ਜੀ ਇੱਥੇ ਠਹਿਰੇ ਸਨ, ਬੜੀ ਇਹਨਾਂ ਨੇ ਸੇਵਾ ਕੀਤੀ। ਔਰ ਗੁਰੂ ਸਾਹਿਬ ਜੀ ਦੀ ਸੇਵਾ ਤੋਂ ਜਦੋਂ ਭਾਈ ਮਰਦਾਨਾ ਜੀ ਵੀ ਦੇਖ ਰਹੇ ਨੇ, ਜਿਸ ਦਿਨ ਗੁਰੂ ਸਾਹਿਬ ਜੀ ਨੇ ਇੱਥੋਂ ਚੱਲਣਾ ਸੀ, ਇਹਦਾ ਪੂਰਾ ਤਾਂ ਵੇਰਵਾ ਨਹੀਂ ਮਿਲਦਾ ਕਿ ਗੁਰੂ ਸਾਹਿਬ ਇਸ ਨਗਰ ਦੇ ਵਿੱਚ ਕਿੰਨੇ ਦਿਨ ਟਿਕੇ ਸਨ, ਪਰ ਜਦੋਂ ਵੀ ਉਹਨਾਂ ਨੇ ਇੱਥੋਂ ਆਪਣਾ ਅੱਗੇ ਪੜਾਵਲੇ ਜਿਹੜਾ ਸਫ਼ਰ ਸੀ, ਗੁਰੂ ਸਾਹਿਬ ਜੀ ਨੇ ਜਾਣ ਤੋਂ ਪਹਿਲਾਂ ਜਿੰਨੇ ਵੀ ਨਗਰ ਨਿਵਾਸੀ ਸੀ ਉਹਨਾਂ ਨੂੰ ਇੱਕ ਬਚਨ ਆਖੇ, ਕਹਿੰਦੇ ਜੀ ਉੱਜੜ ਜਾਓ। ਹੁਣ ਭਾਈ ਮਰਦਾਨਾ ਜੀ ਸੋਚਾਂ ਦੇ ਵਿੱਚ ਪੈ ਗਏ, ਜਾਂ ਹੋਰ ਜਿਹੜੇ ਗੁਰੂ ਸਾਹਿਬ ਜੀ ਦੇ ਸੰਗੀ ਸਨ, ਇੱਕ ਨਗਰ ਤੋਂ ਦੂਜੇ ਨਗਰ ਤੱਕ ਪਹੁੰਚਣ ਵਾਲੀ ਸੰਗਤ ਸੀ, ਉਹ ਵੀ ਵੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਦੇ ਵਿੱਚ ਲੋਕਾਂ ਨੇ ਗੁਰੂ ਸਾਹਿਬ ਦਾ ਮਾਨ ਸਨਮਾਨ ਵੀ ਨਹੀਂ ਕੀਤਾ, ਭੈੜੇ ਸ਼ਬਦ ਵੀ ਬੋਲੇ ਨੇ, ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਵਸਦੇ ਰਹੋ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਕਹਿੰਦੇ ਨੇ ਉੱਜੜ ਜਾਓ। ਭਾਈ ਮਰਦਾਨਾ ਜੀ ਪੁੱਛਣ ਲੱਗੇ, ਪਾਤਸ਼ਾਹ ਜੀ ਮੈਨੂੰ ਤੁਹਾਡੀ ਇਹ ਗੱਲ ਜਿਹੜੀ ਹੈ, ਭਾਵੇਂ ਕਿ ਤੁਹਾਡੀਆਂ ਗੱਲਾਂ ਬਹੁਤ ਹੀ ਉੱਚ ਪਦਵੀ ਵਾਲੀਆਂ ਸਿਧਾਂਤ ਵਾਲੀਆਂ ਹੁੰਦੀਆਂ ਨੇ, ਪਰ ਇਹ ਗੱਲ ਮੈਨੂੰ ਸਮਝ ਨਹੀਂ ਪਈ ਕਿ ਜਿਨ੍ਹਾਂ ਨੇ ਸਤਿਕਾਰ ਕੀਤਾ ਉਹਨਾਂ ਵਾਸਤੇ ਉੱਜੜ ਜੋ ਸ਼ਬਦ, ਜਿਨ੍ਹਾਂ ਨੇ ਸਾਡਾ ਸਤਿਕਾਰ ਨਹੀਂ ਕੀਤਾ ਉਹਨਾਂ ਦੇ ਵਾਸਤੇ ਵਸਦੇ ਰਹੋ। ਗੁਰੂ ਸਾਹਿਬ ਜੀ ਨੇ ਉੱਥੇ ਸਮਝਾਇਆ ਸੀ ਕਿ ਭਾਈ ਮਰਦਾਨਾ ਜੀ, ਅਸਲ ਦੇ ਵਿੱਚ ਇਹ ਸ਼ਬਦ ਤਾਂ ਕਰਕੇ ਉਹਨਾਂ ਲੋਕਾਂ ਦੇ ਵਾਸਤੇ ਵਰਤਿਆ ਗਿਆ ਕਿ ਵਸਦੇ ਰਹੋ, ਕਿਉਂਕਿ ਜਿਹੋ ਜਿਹਾ ਉਹਨਾਂ ਦਾ ਸੁਭਾਅ, ਜਿਹੋ ਜਿਹਾ ਉਹਨਾਂ ਦਾ ਜੀਵਨ ਜਿਉਣ ਦਾ ਤਰੀਕਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਉਹ ਖਚਿਤ ਹੋਏ ਨੇ, ਉਹ ਜਿੱਥੇ ਵੀ ਜਾਣ ਉੱਥੇ ਆਪਣਾ ਪ੍ਰਭਾਵ ਜ਼ਰੂਰ ਪਾਉਣਗੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਇਹੋ ਜਿਹੇ ਲੋਕ ਤਾਂ ਇੱਕ ਜਗ੍ਹਾ ਤੇ ਜਿੱਥੇ ਟਿਕੇ ਨੇ ਉੱਥੇ ਹੀ ਟਿਕੇ ਰਹਿਣੇ ਚਾਹੀਦੇ ਨੇ, ਔਰ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉੱਜੜ ਜਾਣ। ਉੱਜੜ ਜਾਣ ਤੋਂ ਭਾਵ ਕਿ ਜਿੱਥੇ ਵੀ ਜਾਣ ਉਹ ਆਪਣੇ ਗਿਆਨ ਦਾ, ਆਪਣੇ ਚੰਗੇ ਗੁਣਾਂ ਦਾ ਹੀ ਪ੍ਰਸਾਰ ਕਰਨਗੇ, ਚੰਗੇ ਗੁਣਾਂ ਦੀ ਹੀ ਗੱਲ ਦੂਜਿਆਂ ਦੇ ਨਾਲ ਜਾ ਕੇ ਕਰਨਗੇ। ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਉੱਜੜ ਜਾਓ। ਇਸ ਦਾ ਭਾਵ ਕਿ ਤੁਸੀਂ ਆਪਣੇ ਵਰਗੇ
ਆਪਣੇ ਗੁਣਾਂ ਵਰਗੀ ਸਿੱਖਿਆ ਹੋਰ ਦੂਜਿਆਂ ਨੂੰ ਵੀ ਸਿੱਖਿਆ ਦਿਓ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਸੋਹਣਾ ਸਿਧਾਂਤ ਸੀ। ਔਰ ਜੇਕਰ ਇਸ ਸਾਖੀ ਨੂੰ ਦੇਖੀਏ ਤਾਂ ਇਸ ਸਿਧਾਂਤ ਦੇ ਵਿੱਚੋਂ ਹੀ ਜਦੋਂ ਆਪਾਂ ਭਾਈ ਮਨਸੁਖ ਜੀ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਾਂਗਾ, ਫਿਰ ਮੈਂ ਸਮਾਪਤੀ ਕਰਦਾ। ਭਾਈ ਮਨਸੁਖ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲੋਂ ਉਪਦੇਸ਼ ਦ੍ਰਿੜ ਕਰਦੇ ਨੇ, ਇੱਕ ਪ੍ਰਮਾਤਮਾ ਦੇ ਨਾਮ ਨੂੰ ਕਿਵੇਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਆਪਣੇ ਕੰਮਕਾਰ, ਆਪਣੇ ਵਪਾਰ ਤੇ ਜਾਂਦੇ ਨੇ ਸੰਗਲਾਦੀਪ, ਸ਼੍ਰੀਲੰਕਾ ਦੇ ਵਿੱਚ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਥੇ ਨਹੀਂ ਪਹੁੰਚੇ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼, ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਉਹ ਭਾਈ ਮਨਸੁਖ ਦੇ ਰਾਹੀਂ ਉੱਥੇ ਪਹੁੰਚ ਗਈ। ਉਸ ਪਹੁੰਚਣ ਦੇ ਕਾਰਨ ਹੀ ਸੰਗਲਾ ਜਿਹੜਾ ਰਾਜਾ ਸੀਗਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਉਹਦੇ ਮਨ ਦੇ ਅੰਦਰ ਇਹ ਫੁਰਨਾ ਫੁਰਿਆ ਕਿ ਮੈਂ ਵੀ ਐਸੇ ਗੁਰੂ ਦੇ ਉਪਦੇਸ਼ ਨੂੰ, ਇਹ ਗੁਰੂ ਦੇ ਸਿਧਾਂਤ ਨੂੰ ਪ੍ਰਾਪਤ ਕਰਾਂ ਜਿਹੋ ਜਿਹਾ ਮਨਸੁਖ ਜੀ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਬੈਠੇ ਨੇ। ਸੋ ਗੁਰੂ ਸਾਹਿਬ ਜੀ ਦੇ ਇਸ ਜਿਹੜੀਆਂ ਸਾਖੀਆਂ ਦੀ ਦੋਨਾਂ ਦੀ ਵੀਰ ਜੀ ਨੇ ਸਾਂਝ ਪਾਈ, ਦਾਸ ਨੇ ਵੀ ਪਾਈ, ਇਹਨਾਂ ਸਾਖੀਆਂ ਦੇ ਵਿੱਚੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਜੇਕਰ ਅਸੀਂ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਡੇ ਅੰਦਰ ਉਹੋ ਜਿਹਾ ਹੀ ਗਿਆਨ ਪ੍ਰਗਟ ਕਰ ਦੇਣਗੇ, ਸਾਡੀ ਸੋਚ ਵੀ ਉਹੋ ਜਿਹੀ ਹੀ ਬਣ ਜਾਵੇਗੀ। ਜੇਕਰ ਅਸੀਂ ਭੈੜੇ ਕਰਮ ਕਰਾਂਗੇ ਤਾਂ ਭਾਵੇਂ ਕਿਤਨਾ ਮਰਜ਼ੀ ਸਾਡਾ ਜੀਵਨ, ਆਪਣੇ ਜੀਵਨ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰੀਏ, ਪਰ ਸਾਡੇ ਗੁਣਾਂ ਦੇ ਕਰਕੇ, ਸਾਡੇ ਮਾਂ ਦੇ ਕਰਕੇ ਸਾਨੂੰ ਗੁਰੂ ਦੇ ਕਾਰ ਉਹਨਾਂ ਨੂੰ ਮਿਲਦਾ ਹੈ ਜਿਹੜੇ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਕੇ ਆਪਣੇ ਜੀਵੇ ਨੇ। ਸੋ ਆਪਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਇਹੀ ਸਿੱਖਿਆ, ਅਸੀਂ ਉਹਨਾਂ ਦੇ ਵਿੱਚ ਨਹੀਂ ਆਉਣਾ ਜਿਨ੍ਹਾਂ ਵਾਸਤੇ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਕਿ ਤੁਸੀਂ ਵਸਦੇ ਰਹੋ। ਨਹੀਂ, ਅਸੀਂ ਜਿੱਥੇ ਵੀ ਜਾਈਏ ਅਸੀਂ ਗੁਰੂ ਸਾਹਿਬ ਜੀ ਦਾ ਗਿਆਨ ਅੱਗੇ ਤੋਂ ਅੱਗੇ ਪ੍ਰਚਾਰਦੇ ਔਰ ਪ੍ਰਸਾਰਦੇ ਹੋਏ ਸੱਚ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਰਹੀਏ। ਸੋ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਮਾਫੀ ਵੀ, ਅੱਜ ਥੋੜੀ ਨੈਟਵਰਕ ਦੀ ਪ੍ਰੋਬਲਮ ਦੇ ਕਰਕੇ ਗੁਰੂ ਸਾਹਿਬ ਜੀ ਦਾ ਜਿਹੜਾ ਜੀਵਨ ਆਪਾਂ ਵਿਚਾਰ ਸਾਂਝੀ ਕਰਨੀ ਸੀ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਵਿਚਾਰ ਸਾਂਝੀ ਨਹੀਂ ਕਰ ਸਕੇ। ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਬੱਚਿਆਂ ਦੇ ਕੋਈ ਦੇ ਹੈਂਡ ਰੇਂਜ ਨੇ ਜੀ। ਤੇ ਸੋ ਵੀਰ ਜੀ, ਜਿੱਥੇ ਫੇਰ ਉਹੀ ਗੱਲ ਹੈ ਕਿ ਵਾਸੇ ਦਰੋ ਉੱਜੜਦੇ ਰਹੋ ਜੀ। ਅਸੀਂ ਕਿੰਨਾ ਵਿੱਚ ਆਉਣਾ ਇਹ ਸਾਡੇ ਤੇ ਨਿਰਭਰ ਕਰਦਾ ਜੀ। ਸੋ ਅੱਜ ਦੀ ਜੋ ਇਹ ਸਾਖੀ ਚੋਂ ਸਾਨੂੰ ਆਪਣੇ ਜੀਵਨ ਅੰਦਰ ਢਾਲਣਾ ਸਾਡਾ ਫਰਜ਼ ਆ ਜੀ। ਤੇ ਹੁਣ ਬੱਚਾ ਜਿਹੜਾ ਹੈ ਜੀ ਉਹ ਐਡ ਹੋ ਚੁੱਕਾ ਜੀ। ਹਾਂਜੀ ਬੱਚੇ, ਸਵਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿਖਾਈ ਦਿੱਤੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਹੈ ਕਿ ਤੁਸੀਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉੱਜੜ ਜਾਓ ਕਹਿੰਦੇ ਸੀ ਜੋ ਉਹਨਾਂ ਦਾ ਸੇਵਾ ਕਰਦੇ ਸੀ। ਇੱਕ ਜਿਹੜਾ ਉਹਨਾਂ ਨੂੰ ਕਹਿੰਦੇ ਸੀ ਵਸਦੇ ਰਹੋ, ਜੋ ਉਹਨਾਂ ਦਾ ਸਤਿਕਾਰ ਬਿਲਕੁਲ ਨਹੀਂ ਕਰਦੇ ਸੀ। ਤੇ ਉੱਜੜ ਜਾਓ ਤੇ ਵਸਦੇ ਰਹੋ ਦਾ ਮੀਨਿੰਗ ਦੱਸੋ। ਮੇਰੀ ਉਦੋਂ ਰੇਂਜ ਦੇ ਹਾਂਜੀ ਵੀਰ ਜੀ, ਪਰਮਜੀਤ ਵੀਰ ਜੀ। ਹਾਂਜੀ ਬੇਟਾ ਜੀ, ਅਸਲ ਦੇ ਵਿੱਚ ਜਿੱਦਾਂ ਆਪਾਂ ਗੱਲ ਸਾਂਝੀ ਕੀਤੀ ਹੈ ਨਾ, ਉੱਜੜ ਜਾਓ ਦਾ ਮਤਲਬ ਇਹ ਸੀ, ਇੱਕ ਲਫ਼ਜ਼ ਜਿਹੜੇ ਨੇ, ਕਈ ਸਾਡੇ ਪੰਜਾਬੀ ਐਸੇ ਸ਼ਬਦ ਨੇ ਜਾਂ ਲਫ਼ਜ਼ ਨੇ ਜਿਹੜੇ ਸਾਨੂੰ ਜਦੋਂ ਅਸੀਂ ਬੋਲਦੇ ਹਾਂ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਸ਼ਾਇਦ ਬਹੁਤ ਹੀ ਰੁੱਖੇ ਜਿਹੇ ਜਾਂ ਬਿਲਕੁਲ ਅਲੱਗ ਜਿਹੀ ਬੋਲੀ ਦੇ ਵਿੱਚ ਨੇ, ਪਰ ਐਸਾ ਨਹੀਂ ਹੈ ਬੱਚੇ। ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਦਾ ਭਾਵ ਇਹ ਸੀ ਕਿ ਤੁਸੀਂ ਜਿੱਥੇ ਵੀ ਜਾਓ ਉੱਥੇ ਜਾ ਕੇ ਗੁਣਾਂ ਦਾ ਹੀ ਪ੍ਰਚਾਰ ਕਰੋਗੇ, ਕਿਉਂਕਿ ਉਹਨਾਂ ਦੇ ਅੰਦਰ ਚੰਗੇ ਗੁਣ ਸਨ। ਉਹ ਹਰ ਇੱਕ ਦਾ ਸਤਿਕਾਰ ਕਰਨ ਵਾਲੇ ਸਨ, ਆਏ ਹੋਏ ਦੀ ਸੇਵਾ ਕਰਨ ਵਾਲੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਵੀ ਇਹੀ ਮਿਸ਼ਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਆਪਣਾ ਸਾਰਾ ਘਰ ਦੇ ਸੁੱਖ ਆਰਾਮ ਛੱਡ ਕੇ ਗੁਰੂ ਸਾਹਿਬ ਜੀ ਦੂਜਿਆਂ ਦੇ ਦੁੱਖਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ, ਉਹਨਾਂ ਦੇ ਦੁੱਖ
ਦੁੱਖਾਂ ਨੂੰ ਖਤਮ ਕਰਨ ਵਾਸਤੇ ਆਪਣਾ ਸਾਰਾ ਸੁੱਖ ਆਰਾਮ ਤਿਆਗ ਦਿੱਤਾ ਸੀ। ਤੇ ਗੁਰੂ ਸਾਹਿਬ ਜੀ ਨੂੰ ਜਦੋਂ ਤਰ੍ਹਾਂ ਦੇ ਲੋਕ ਮਿਲਦੇ ਨੇ ਤਾਂ ਗੁਰੂ ਸਾਹਿਬ ਜੀ ਵੀ ਇਹ ਸੋਚਦੇ ਨੇ ਕਿ ਤੁਸੀਂ ਵੀ ਜਿੱਥੇ ਅੱਗੇ ਜਾਓ ਤਾਂ ਸੱਚ ਦਾ ਉਪਦੇਸ਼ ਤੇ ਆਪਣੇ ਵਰਗੇ ਗੁਣ ਜਿਹੜੇ ਨੇ ਉਹ ਧਾਰਨ ਕਰੋਗੇ। ਤੇ ਜਿਹੜੇ ਵਸਦੇ ਰਹੋ ਦਾ ਭਾਵ ਸੀ, ਉਹਦਾ ਭਾਵ ਇਹ ਸੀ ਕਿ ਜੇਕਰ ਤੁਸੀਂ ਇੱਕ ਦੂਜੀ ਕਿਤੇ ਹੋਰ ਜਗ੍ਹਾ ਤੇ ਜਾ ਕੇ ਰਹੋਗੇ, ਉੱਥੇ ਤੁਸੀਂ ਆਪਣੇ ਮਨਮਤ ਦਾ, ਆਪਣੇ ਅੰਦਰ ਜਿਹੜੇ ਤੁਹਾਡੇ ਅਵਗੁਣ ਨੇ ਉਹਨਾਂ ਦਾ ਹੀ ਪ੍ਰਸਾਰ ਕਰਨਾ ਵਾ। ਇਸ ਕਰਕੇ ਤੁਸੀਂ ਹੋਰ ਕਿਤੇ ਜਾਣ ਦੀ ਬਜਾਏ ਤੁਸੀਂ ਜਿੱਥੇ ਟਿਕੇ ਹੋ ਇੱਥੇ ਹੀ ਠੀਕ ਹੈ, ਭਾਵ ਕਿ ਤੁਸੀਂ ਇੱਥੇ ਹੀ ਵਸਦੇ ਰਹੋ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਗਲਾ ਬੱਚਾ ਲੈ ਲਿਆ ਵੀਰ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਸਰ ਮੇਰਾ ਕੁਐਸਚਨ ਇਹ ਹੈ ਕਿ ਜਿਹੜਾ ਭੂਮੀਆ ਚੋਰ ਸੀ ਉਹ ਕਿੱਥੋਂ, ਭੂਮੀਆ ਚੋਰ ਕਿੱਥੇ ਰਹਿੰਦਾ ਸੀ? ਸਰ ਮੇਰਾ ਕੁਐਸਚਨ ਇਹ ਹੈ ਕਿ ਜਿਹੜਾ ਭੂਮੀਆ ਚੋਰ ਸੀ ਉਹ ਕਿੱਥੇ ਰਹਿੰਦਾ ਸੀ? ਹੈਲੋ। ਹਾਂਜੀ ਵੀਰ ਜੀ, ਸਵਾਲ ਹੈ ਬੱਚੀ ਦਾ, ਭੂਮੀਆ ਚੋਰ ਜਿਹੜਾ ਸੀ ਉਹ ਕਿੱਥੇ ਰਹਿੰਦਾ ਸੀਗਾ ਜੀ? ਇਹ ਮੈਂ ਵੀਰ ਜੀ ਇਹਦਾ ਜਵਾਬ ਦੇਣਾ ਚਾਹਾਂਗਾ, ਕਿਉਂਕਿ ਬਹੁਤ ਸਾਰੇ ਐਸੇ ਤੱਥ ਨੇ ਜਿਹੜੇ ਇਤਿਹਾਸ ਦੇ ਵਿੱਚ ਹਾਲੇ ਖੋਜ ਦੇ ਨੇ। ਕਿਉਂਕਿ ਕਈ ਵਾਰੀ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਵੇਲੇ ਜਾਂਦੇ ਨੇ, ਬਗਦਾਦ ਦੀ ਯਾਤਰਾ ਤੇ ਜਾਂਦੇ ਨੇ, ਮਤਲਬ ਉਦਾਸੀ ਤੇ ਜਾਂਦੇ ਨੇ, ਉਸ ਸਮੇਂ ਇਸ ਭੂਮੀਆ ਚੋਰ ਦੇ ਨਾਲ ਜਿਹੜੀ ਆ ਗੁਰੂ ਸਾਹਿਬ ਜੀ ਦੀ ਮੁਲਾਕਾਤ ਹੋਈ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਇਹ ਗੁਰੂ ਸਾਹਿਬ ਜੀ ਨੇ ਉਪਦੇਸ਼ ਦ੍ਰਿੜ ਕਰਵਾਇਆ ਸੀਗਾ। ਪ੍ਰੋਪਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਸਨ, ਜਿਸ ਤਰ੍ਹਾਂ ਆਪਾਂ ਜੋ ਪੜ੍ਹਦੇ ਹਾਂ ਕਿ ਭਾਈ ਸੱਜਣ ਜੀ ਤੋਲੰਬੇ ਦੇ ਰਹਿਣ ਵਾਲੇ ਸਨ। ਇਹ ਜਿਹੜੀ ਘਟਨਾ ਵਾਪਰੀ ਉਹ ਕੰਗਨਪੁਰ ਦੀ ਸੀ, ਜਾਂ ਹੋਰ ਘਟਨਾਵਾਂ ਜਿੱਥੋਂ ਨਾਲ ਜ਼ਿਕਰ ਮਿਲਿਆ ਹੈ। ਕਿਉਂਕਿ ਬੱਚਿਓ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਉਹਨਾਂ ਸਮਿਆਂ ਦੇ ਵਿੱਚ ਬਹੁਤ ਘੱਟ ਸਾਡੇ ਕੋਲੇ, ਜਾਂ ਗੁਰੂ ਸਾਹਿਬ ਜੀ ਦੇ ਜਿਹੜਾ ਉਹ ਸਮਾਂ ਸੀ, ਉਹਨਾਂ ਸਮਿਆਂ ਦੇ ਵਿੱਚ ਬਹੁਤ ਘੱਟ ਸਾਡੇ ਕੋਲੇ ਸੁਵਿਧਾ ਸੀ ਕਿਸੇ ਚੀਜ਼ ਨੂੰ ਨੋਟ ਕਰਨ ਦੀ। ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਕਿੰਨਾ ਵੱਡਾ ਪ੍ਰਯੋਗ ਕੀਤਾ ਹੈ, ਭਾਵੇਂ ਕਿ ਉਹਨਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਸਾਨੂੰ ਨਹੀਂ ਗਾਹੇ ਬਿਗਾਹੇ ਅਸੀਂ ਅੱਗੇ ਤੋਂ ਅੱਗੇ ਸੁਣਦੇ ਹਾਂ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਿਤਨੇ ਬਚਨ ਸਨ ਉਹ ਆਪਣੇ ਪੋਥੀ ਸਾਹਿਬ ਦੇ ਵਿੱਚ ਸ਼ਬਦ ਜਿਹੜੇ ਸਨ ਉਹ ਨਾਲ ਨਾਲ ਗੁਰੂ ਸਾਹਿਬ ਜੀ ਅੰਕਿਤ ਕਰਦੇ ਰਹੇ। ਤੇ ਭੈਣ ਜੀ ਨੂੰ ਬੇਨਤੀ ਕਰਾਂਗਾ, ਜੇ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਨੌਲੇਜ ਹੈ ਤਾਂ ਆਪ ਜੀ। ਮੈਂ ਬੱਚਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਉਸ ਦਿਨ ਡਾਕਟਰ ਸਰਬਜੀਤ ਸਿੰਘ ਜੀ ਨੇ ਵੀ ਇੱਕ ਬੇਨਤੀ ਕੀਤੀ ਸੀ ਕਿ ਸਾਨੂੰ ਇਹ ਸਿੱਖਣ ਨਾਲੋਂ ਕਿ ਵਾਹਿਗੁਰੂ ਜੀ ਕਿੱਥੇ ਹੋਇਆ ਇਹ ਸਿੱਖੀਏ, ਸਿੱਖਿਆ ਕੀ ਮਿਲੀ। ਸੋ ਅਸੀਂ ਏਦਾਂ ਦੇ ਸਵਾਲ, ਜਿੱਥੇ ਇਨਫੋਰਮੇਸ਼ਨ ਹੁੰਦੀ ਹੈ ਜ਼ਰੂਰ ਸਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਬਟ ਉਹਦੇ ਨਾਲੋਂ ਪਹਿਲਾਂ ਸਾਨੂੰ ਇਹ ਸਿੱਖਣਾ ਕਿ ਅਸੀਂ, ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਅਸੀਂ ਇਹ ਪੁਰਬ ਮਨਾ ਰਹੇ ਹਾਂ ਇਹਦੇ ਵਿੱਚ ਅਸੀਂ ਮੇਨਲੀ ਲੈ ਰਹੇ ਹਾਂ ਸਾਖੀ ਤੋਂ ਸਿੱਖਿਆ, ਕਿ ਗੁਰੂ ਸਾਹਿਬ ਜੀ ਨੇ ਜੋ ਵੀ ਘਟਨਾਵਾਂ ਕੀਤੀਆਂ ਕੋਈ ਨਾ ਕੋਈ ਸਿੱਖਿਆ ਦੇਣ ਦੇ ਲਈ ਕੀਤੀ। ਸੋ ਹਜੇ ਜੋ ਸਾਡੀ ਏਜ ਹੈ ਉਸ ਏਜ ਗਰੁੱਪ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਢਾਲੀਏ ਜੀ। ਸੋ ਬਹੁਤ ਸਾਰੇ ਬੱਚਿਆਂ ਦੇ ਹਜੇ ਵੀ ਹੈਂਡ ਰੇਜ਼ ਨੇ, ਔਰ ਬੱਚਿਆਂ ਨੂੰ ਬੇਨਤੀ ਹੈ ਨਾਲ ਦੀ ਨਾਲ ਜਿਹੜੀ ਅਟੈਂਡੈਂਸ ਹੈ ਉਹ ਲਗਾ ਕੇ, ਜਿਹੜੇ ਬੱਚੇ ਲੀਵ ਕਰਨਾ ਚਾਹਣ ਕਰ ਸਕਦੇ ਨੇ। ਅਗਰ ਕੋਈ ਬੱਚੇ ਸਵਾਲ ਪੁੱਛਣਾ ਚਾਹੁੰਦੇ ਨੇ ਤਦ ਤੱਕ ਉਹਨਾਂ ਬੱਚਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦਿੱਤੇ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਵੀਰ ਜੀ ਆ ਰਹੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਮੇਰਾ ਕੁਐਸਚਨ ਟੌਪਿਕ ਤੋਂ ਅਲੱਗ ਆ। ਮੈਂ ਪੁੱਛਣਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਕੀ ਵਾਰ ਲਿਖੀ ਸੀ, ਉਹਦਾ ਕੀ ਮਹੱਤਵ ਆ? ਬੇਨਤੀ ਇਹ ਹੈਗੀ ਹੈ ਜੀ, ਅੱਜ ਸਿਰਫ ਟੌਪਿਕ ਨਾਲ ਰਿਲੇਟਡ ਹੀ ਸਵਾਲ ਹੋਣਗੇ। ਜਿਸ ਦਿਨ ਸਵਾਲ ਜਵਾਬ ਦਾ ਸੈਸ਼ਨ ਹੋਏਗਾ ਉਸ ਦਿਨ ਅਸੀਂ ਬੇਟਾ ਜੀ ਪਹਿਲਾਂ ਵੀ ਨਾ ਆਪ ਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਹਾਂਜੀ। ਸੋ ਆਪਾਂ ਹੁਣ ਅਗਲਾ ਸਵਾਲ ਲੈਣੇ ਆ ਜੀ ਬੱਚਿਆਂ ਨੂੰ। ਤੁਸੀਂ ਆਪਣਾ ਸਵਾਲ ਜਿਹੜਾ ਵਾ ਉਹ ਤੁਸੀਂ ਚੈਟ ਕਰ ਸਕਦੇ ਹੋ ਜਾਂ ਨੰਬਰ ਤੇ ਪਾ ਸਕਦੇ ਹੋ ਬਾਅਦ। ਸੋ ਅਖੀਰਲਾ ਬਾਅਦ ਕੈਂਪ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਮੈਮ ਕੋਡਾ ਰਾਕਸ਼ਸ ਕੀ ਕਰਦਾ ਸੀ? ਹਾਂਜੀ, ਕੋਡਾ ਰਾਕਸ਼ਸ ਕੀ ਕਰਦਾ ਸੀ? ਸੋ ਮੇ ਵੀ ਕੁਝ ਨੈਟਵਰਕ ਐਰਰ ਕਰਕੇ ਬੱਚੇ ਨਹੀਂ ਗੱਲਬਾਤ ਕਰ ਪਾ ਰਹੇ, ਸੋ ਅਸੀਂ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ।
ਸੋ ਬੱਚਿਆਂ ਨੂੰ ਬੇਨਤੀ ਹੈ ਜਿਹੜੇ ਬੱਚੇ ਅਟੈਂਡੈਂਸ ਲਗਾ ਕੇ ਲੀਵ ਕਰ ਅਟੈਂਡੈਂਸ ਲਗਾ ਚੁੱਕੇ ਨੇ ਉਹ ਲੀਵ ਕਰ ਸਕਦੇ ਨੇ ਜੀ। ਬਾਕੀਆਂ ਨੂੰ ਬੇਨਤੀ ਹੈ ਅਟੈਂਡੈਂਸ ਲਗਾ ਸਕਦੇ ਨੇ। ਸੋ ਮੈਂ ਗਗਨਵੀਰ ਜੀ ਨੂੰ ਬੇਨਤੀ ਕਰਾਂਗੀ ਉਹ ਨੰਬਰ ਡਿਸਪਲੇ ਕਰ ਦੇਣਗੇ ਜੀ। ਜਿਹੜੇ ਬੱਚਿਆਂ ਨੇ ਕੀਰਤਨ ਦੀ ਜਾਪ ਦੀ ਸੇਵਾ ਲੈਣੀ ਹੈ ਸੋ ਇਹਨਾਂ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੀ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।